ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿਦ ਜਗਜੀਤ ਸਰ ਇਸ ਚੈਨਲ ਤੇ ਅੱਜ ਫਿਰ ਅਸੀਂ ਆਪ ਦਾ ਸਵਾਗਤ ਕਰਦੇ ਹਾਂ ਔਰ ਇੱਕ ਨਵੀਂ ਵੀਡੀਓ ਲੈ ਕੇ ਪੇਸ਼ ਹੋਏ ਹਾਂ। ਇਹ ਹੈ ਸਾਹਿਤਮਾਲਾ ਭਾਗ 9 ਵਿੱਚ ਦਰਜ ਵਾਰਤਕ ਵਿੱਚ ਬੇਬੇ ਜੀ। ਲੇਖਕ ਨੇ ਡਾਕਟਰ ਹਰਪਾਲ ਸਿੰਘ ਪੁੰਨੂ। ਹਰਪਾਲ ਸਿੰਘ ਪੁੰਨੂ ਦਾ ਬੋਲਣ ਦਾ ਢੰਗ ਬਹੁਤ ਅੱਛਾ ਹੈ। ਜਦੋਂ ਮੈਂ ਉਹਨਾਂ ਦੀ ਵੀਡੀਓ YouTube ਤੇ ਦੇਖਦਾ ਹਾਂ ਤਾਂ ਉਸ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ, ਕਿਉਂਕਿ ਉਹ ਕਈ ਜਗ੍ਹਾ ਤੇ ਘੁੰਮੇ ਨੇ, ਗਏ ਨੇ। ਇਸ ਕਰਕੇ ਜਿਹੜੀਆਂ ਗੱਲਾਂ ਪੰਜਾਬੀ ਸੱਭਿਆਚਾਰ ਵਿੱਚ ਜਾਂ ਕਿਸੇ ਲੋਕਾਂ ਦੀਆਂ ਗੱਲਾਂ ਵਿੱਚ ਜੋ ਗੱਲਾਂ ਮਿਲਦੀਆਂ ਸੀ, ਉਸ ਦੇ ਆਧਾਰ 'ਤੇ ਉਹਨਾਂ ਨੇ ਆਪਣੀਆਂ ਜਿਹੜੇ ਬਹੁਤ ਸਾਰੇ ਇੰਟਰਵਿਊ ਦਿੱਤੇ ਨੇ। ਅਤੇ ਆਪ ਜੀ ਨੂੰ ਮੈਂ ਰਿਕਮੈਂਡ ਕਰਦਾ ਕਿ ਡਾਕਟਰ ਹਰਪਾਲ ਸਿੰਘ ਪੁੰਨੂ ਜੀ ਦੇ ਤੁਸੀਂ YouTube 'ਤੇ ਜ਼ਰੂਰ ਇੰਟਰਵਿਊ ਦੇਖੋ, ਉਹਨਾਂ ਦੇ ਬਚਨ ਜ਼ਰੂਰ ਸੁਣੋ, ਕਿਉਂਕਿ ਉਹਨਾਂ ਤੋਂ ਸਾਰਿਆਂ ਨੂੰ ਬੜੀ ਪ੍ਰੇਰਣਾ ਮਿਲਦੀ ਹੈ। ਜਦੋਂ ਅਸੀਂ ਇਸ ਪਾਠ ਦੀ ਚਰਚਾ ਕਰਨ ਲੱਗੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਇਹ ਸੰਸਮਰਣ ਹੈ। ਹਿੰਦੀ 'ਚ ਅਸੀਂ ਸੰਸਮਰਣ ਪਿਛਲੇ ਵੀ ਗੱਲ ਕੀਤੀ ਹੈ, ਇਹਦਾ ਮਤਲਬ ਯਾਦਾਂ। ਇਸ ਵਿੱਚ ਜੋ ਲੇਖਕ ਹੈ ਡਾਕਟਰ ਹਰਪਾਲ ਸਿੰਘ ਪੁੰਨੂ, ਯਾਨੀ ਜੋ ਨਰੇਟਰ ਹੈ, ਜੋ ਮੈਂ ਪਾਤਰ ਹੈ, ਆਪਣੀ ਬੇਬੇ ਬਾਰੇ, ਆਪਣੀ ਮਾਤਾ ਬਾਰੇ, ਆਪਣੀ ਜਨਨੀ ਬਾਰੇ ਸ਼ਬਦਾਂ ਦਾ ਚਿੱਤਰ ਖਿੱਚਦਾ ਹੈ। ਯਾਨੀ ਇਸ ਨੂੰ ਰੇਖਾ ਚਿੱਤਰ ਵੀ ਕਹਿ ਸਕਦੇ ਹਾਂ, ਜਿਸ ਵਿੱਚ ਉਸ ਮਾਂ ਦੇ ਸਦਗੁਣਾਂ ਦਾ ਵਰਣਨ ਹੈ। ਕਿਸ ਕਰਕੇ ਸਦਗੁਣਾਂ ਦਾ ਵਰਣਨ ਹੈ? ਕਿਉਂਕਿ ਇਹ ਉਸਦੇ ਜੀਵਨ ਦੀ ਪ੍ਰੇਰਣਾ ਸਰੋਤ ਹੈ। ਮਾਂ ਨੇ ਆਪਣੀ ਬੋਲੀ ਰਾਹੀਂ, ਆਪਣੀ ਪਰਵਰਿਸ਼ ਰਾਹੀਂ, ਆਪਣੇ ਸਾਰੇ ਜੀਵਨ ਰਾਹੀਂ ਇਸ ਬੱਚੇ ਨੂੰ, ਡਾਕਟਰ ਹਰਪਾਲ ਸਿੰਘ ਪੁੰਨੂ ਨੂੰ ਇਸ ਤਰ੍ਹਾਂ ਦੇ ਸੰਸਕਾਰ ਦਿੱਤੇ ਹੈ, ਜਿਨ੍ਹਾਂ ਸੰਸਕਾਰਾਂ ਨੇ ਉਸ ਦੇ ਜੀਵਨ ਨੂੰ, ਉਸ ਦੀ ਨੁਹਾਰ ਨੂੰ ਘੜਿਆ। ਔਰ ਅੱਜ ਉਹ ਜੋ ਨੇ ਉਹ ਸਾਡੇ ਸਾਹਿਤਕ ਜਗਤ ਦਾ ਬਹੁਤ ਮੰਨਿਆ ਪ੍ਰਮੰਨਿਆ ਨਾਮ ਹੈ। ਇਸ ਸਾਰੀ ਵਾਰਤਕ ਵਿੱਚ, ਇਸ ਸਾਰੇ ਲੇਖ ਵਿੱਚ ਮਾਂ ਦੇ ਜੀਵਨ ਦਾ, ਅਨੁਭਵ ਦਾ ਨਿਚੋੜ ਹੈ। ਇੱਥੇ ਜਿਹੜੀ ਮਾਂ ਹੈ ਨਾ, ਉਹ ਆਪਣੇ ਰਿਸ਼ਤਿਆਂ ਦੀ ਬੜੀ ਸਾਂਭ ਸੰਭਾਲ ਰੱਖਦੀ ਹੈ। ਉਸ ਨੂੰ ਆਪਣੇ ਰਿਸ਼ਤਿਆਂ ਦੀ ਬੜੀ ਫਿਕਰ ਹੈ। ਆਪਣੇ ਅਮੀਰ ਪੇਕੇ ਹੈ, ਗਰੀਬ ਸਹੁਰੇ ਨੇ, ਪਰੰਤੂ ਉਸ ਨੂੰ ਆਪਣੇ ਪੇਕਿਆਂ 'ਤੇ ਬੜਾ ਮਾਣ ਹੈ। ਆਪਣੇ ਸਹੁਰਿਆਂ ਦੀ ਗਰੀਬੀ 'ਤੇ ਕੋਈ ਜਿਹੜਾ ਰੰਜ ਨਹੀਂ, ਕੋਈ ਅਫਸੋਸ ਨਹੀਂ, ਪਰੰਤੂ ਆਪਣੇ ਪੇਕਿਆਂ ਦੇ ਨਾਲ ਬੜੀ ਰਿਸ਼ਤਿਆਂ ਦੀ ਬੜੀ ਸਾਂਭ ਸੰਭਾਲ ਰੱਖਦੀ ਹੈ। ਗਰੀਬੀ ਵਿੱਚ ਵੀ ਸਿਦਕ ਹੈ। ਹਾਲਾਂਕਿ ਉਸਦੇ ਪੇਕਿਆਂ ਵਿੱਚ ਬਹੁਤ ਧਨ ਦੌਲਤ, ਕਹਿੰਦੇ ਵੀ 50 ਏਕੜ ਦੇ ਖੇਤੀ ਵਾਹਕ ਸਨ, ਖੇਤੀ ਵਾਕ ਨੇ, ਪਰੰਤੂ ਉਹ ਗਰੀਬ ਘਰ ਵਿਆਹੀ ਜਾਣ ਦੇ ਬਾਵਜੂਦ ਵੀ ਉਹ ਗਰੀਬੀ ਵਿੱਚ ਹੀ ਸਿਦਕ ਮੰਨਦੀ ਹੈ ਔਰ ਆਪਣੇ ਬੱਚਿਆਂ ਦੀ ਬੜੇ ਪਿਆਰ ਨਾਲ ਸਾਂਭ ਸੰਭਾਲ ਕਰਦੀ ਹੈ। ਲੇਖਕ ਹਰਪਾਲ ਸਿੰਘ ਪੁੰਨੂ ਦਾ ਜੋ ਲੇਖ ਹੈ, ਉਹ ਬਚਪਨ ਦੀਆਂ ਖੇਡਾਂ, ਖੁਸ਼ੀਆਂ, ਪ੍ਰਾਪਤੀਆਂ ਦਾ ਆਧਾਰ ਮਾਂ ਹੁੰਦੀ ਹੈ। ਇਸ ਗੱਲ ਨੂੰ ਦੱਸਣ ਲਈ ਜਾਂ ਸਿੱਧ ਕਰਨ ਲਈ ਪੂਰੇ ਲੇਖ ਦੀ ਘਟਨਾਵਾਂ ਤੁਰਦੀਆਂ। ਔਰ ਇਸ ਵਿੱਚ ਪਿਤਾ ਦਾ ਵਰਣਨ ਬਹੁਤ ਥੋੜ੍ਹਾ ਹੈ। ਬਸ ਇੱਕ ਜਗ੍ਹਾ 'ਤੇ ਆਉਂਦਾ ਵੀ ਪਿਤਾ ਦਾ ਸੁਭਾਅ ਬੜਾ ਕਠੋਰ ਸੀ, ਪਰ ਮਾਂ ਦੇ ਚਲੇ ਜਾਣ, ਯਾਨੀ ਜਦੋਂ ਮਾਂ ਆਪਣੇ ਪੇਕੇ ਜਾਂਦੀ ਸੀ, ਸਾਨੂੰ ਝਿੜਕਦੇ ਨੇ ਸੀ, ਉਹਨਾਂ ਨੂੰ ਪਤਾ ਸੀ ਵੀ ਇੱਕ ਵਾਰ ਬੱਚੇ ਰੋ ਪੈਣਗੇ ਫਿਰ ਚੁੱਪ ਕਰਾਉਣਾ ਔਖਾ ਹੋ ਜਾਏਗਾ। ਬਸ ਇੰਨਾ ਕੀ ਜ਼ਿਕਰ ਆਉਂਦਾ ਪਿਤਾ ਦਾ। ਬਾਕੀ ਜੋ ਜਿਤਨਾ ਵੀ ਰੇਖਾ ਚਿੱਤਰ ਹੈ, ਜੋ ਸ਼ਬਦ ਚਿੱਤਰਣ ਹੈ, ਉਹ ਸਾਰਾ ਆਪਣੀ ਮਾਂ ਦਾ, ਆਪਣੀ ਬੇਬੇ ਜੀ ਦਾ। ਇਸ ਵਿੱਚ ਜੋ ਮਾਂ ਹੈ ਆਪਣੇ ਬੱਚੇ ਨੂੰ ਬਹੁਤ ਮੋਹ ਕਰਦੀ ਹੈ। ਉਸ ਮੋਹ ਦੇ ਕਰਕੇ ਇਤਨੀ ਸੁੰਦਰ ਪਰਵਿਸ਼ ਹੈ ਕਿ ਉਹ ਪੂਰਾ ਪਰਿਵਾਰ ਇੱਕ ਏਕਤਾ ਦੇ ਬੰਧਨ ਸੂਤਰ ਵਿੱਚ ਬੰਨਿਆ ਰਹਿੰਦਾ ਹੈ। ਅਤੇ ਇਸ ਵਿੱਚ ਮਾਂ ਦੇ ਮੋਹ ਦਾ ਬੜਾ ਸਜੀਵ ਚਿੱਤਰ ਹੈ। ਮਾਂ ਦਾ ਜੋ ਮੋਹ ਹੈ ਉਹ ਸੰਤਾਨ ਦੀ ਬੜੀ ਸੁੰਦਰ ਘਾੜਤ ਘੜਨ ਵਿੱਚ ਜਿਹੜਾ ਨਾ ਉਹ ਬੜਾ ਕਾਰਗਰ ਸਿੱਧ ਹੁੰਦਾ ਹੈ, ਉਹ ਬੜਾ ਸਹਾਇਕ ਸਿੱਧ ਹੁੰਦਾ ਹੈ। ਮਾਂ ਆਪਣੇ ਬੱਚੇ ਦੀ ਮਾਨਸਿਕ ਸਰੀਰਕ ਘਾੜਤ ਘੜਦੀ ਹੈ ਅਤੇ ਉਸ ਦੇ ਜੀਵਨ ਵਿੱਚ ਬਹੁਤ ਕੰਮ ਆਉਂਦੀ ਹੈ। ਹੁਣ ਜਦੋਂ ਉਹ ਕਹਿੰਦਾ ਹੈ ਬਾਰ-ਬਾਰ ਕਿ ਤੂੰ ਮੇਰੇ, ਬਾਰ-ਬਾਰ ਮੈਂ ਜਦੋਂ ਪੜ੍ਹਨ ਜਾਂਦਾ, ਬੱਸ 'ਤੇ ਜਾਂਦਾ, ਅਤੇ ਉਸ ਨੂੰ ਇਸ ਤਰ੍ਹਾਂ ਵਿਦਾ ਕਰੇ ਜਿੱਦਾਂ ਉਹ ਕਿ ਕਿਸੇ ਲਾਮ 'ਤੇ, ਯਾਨੀ ਕਿਸੇ ਜੰਗ 'ਤੇ ਜਾ ਰਿਹਾ ਹੋਵੇ। ਪਰੰਤੂ ਕਹਿੰਦੇ ਤੈਨੂੰ ਮਾਂ ਦੇ ਮੋਹ ਦੀ ਤੈਨੂੰ ਕਦਰ ਨਹੀਂ, ਤੈਨੂੰ ਪਤਾ ਨਹੀਂ ਹੈ ਮਾਂ ਦੇ ਮੋਹ ਦਾ, ਤੈਨੂੰ ਮਾਂ ਦੇ ਮੋਹ ਦਾ ਗਿਆਨ ਨਹੀਂ, ਕਿਉਂਕਿ ਤੇਰੀ ਕਿਸਮਤ 'ਚ ਮਾਂ ਹੋਣਾ ਨਹੀਂ ਹੈ। ਤੂੰ ਤਾਂ ਬੰਦਾ ਹੈ ਨਾ, ਇਸ ਕਰਕੇ ਤੇਰੀ ਕਿਸਮਤ 'ਚ ਮਾਂ ਹੋਣਾ ਨਹੀਂ ਹੈ, ਕਿਉਂਕਿ ਮਾਂ ਹੋਣਾ ਇੱਕ ਬਹੁਤ ਵੱਡੀ, ਬਹੁਤ ਮਹਾਨ ਜਿਹੜੀ ਗੱਲ ਬਣਦੀ ਹੈ। ਘਰ ਦੇ ਸਾਰੇ ਕੰਮ ਸਾਂਝੇ ਨੇ, ਘਰ ਦੀਆਂ ਖੁਸ਼ੀਆਂ ਸਾਂਝੀਆਂ ਨੇ। ਕਿਸ ਤਰ੍ਹਾਂ ਘਰ ਦੇ ਬੱਚੇ ਆਪਣੇ ਘਰ ਦੇ ਕੰਮ ਸਾਂਝੇ ਤੌਰ 'ਤੇ ਖੁਸ਼ੀਆਂ ਵਿੱਚ ਕਰਦੇ ਨੇ, ਇਸ ਵਿੱਚ ਬਹੁਤ ਸੁੰਦਰ ਚਿੱਤਰ ਹੈ। ਔਰ ਨਾਲ ਹੀ ਫਿਰ ਮਾਂ ਦੇ ਸਾਰੇ ਗੁਣਾਂ ਜਦੋਂ ਅਸੀਂ ਨਿਚੋੜ ਕੱਢਦੇ ਹਾਂ, ਅਤੇ ਮਾਂ ਜਿਹੜੀ ਹੈ ਮੋਹ ਦੀ ਮੂਰਤ ਹੈ। ਆਪਣੇ ਬੱਚਿਆਂ ਨਾਲ ਬਹੁਤ ਮੋਹ ਕਰਦੀ ਹੈ, ਆਪਣੇ ਘਰ ਪਰਿਵਾਰ ਨਾਲ ਬਹੁਤ ਮੋਹ ਕਰਦੀ ਹੈ, ਜਿਸ ਕਰਕੇ ਘਰ ਪਰਿਵਾਰ ਇੱਕ ਪ੍ਰੇਮ ਦੇ ਬੰਧਨ ਵਿੱਚ ਬੰਨਿਆ। ਉਹ ਸਨੇਹ ਦੀ, ਸਹਿਜ ਦੀ ਮੂਰਤ ਹੈ। ਔਰ ਲੇਖਕ ਕਹਿੰਦਾ ਹੈ ਵੀ ਉਸ ਕੋਲ ਉਪਮਾ ਅਲੰਕਾਰਾਂ ਦਾ ਢੇਰ ਹੈ।
ਫਿਰ ਇੱਕ ਦੋ ਜਗ੍ਹਾ ਉਸਨੇ ਉਸ ਦਾ ਬਿਰਤਾਂਤ ਵੀ ਦਿੱਤਾ ਵੀ ਬੱਸ ਵਿੱਚ ਬੈਠੇ ਸੀ, ਇੱਕ ਬੰਦਾ ਭੁਜੀਆ ਖਾ ਰਿਹਾ ਸੀ। ਹੁਣ ਭੁਜੀਆ ਖਾ ਰਿਹਾ ਸੀ ਤੇ ਸਿੰਪਲ ਜੀ ਗੱਲ ਹੈ, ਪਰੰਤੂ ਇਸ ਖਾਣ ਦੇ ਵਿੱਚ ਔਰ ਇੱਕ ਦੋ ਹੋਰ ਘਟਨਾਵਾਂ ਉਸ ਵਿੱਚ ਉਹ ਨਾ ਆਪਣੇ ਸ਼ਬਦਾਂ ਨੂੰ, ਜਿਹੜੀ ਮਾਂ ਦੇ ਬੋਲ ਨੇ, ਇਸ ਤਰ੍ਹਾਂ ਦੇ ਬੜੇ ਸੁੰਦਰ ਸਹਿਜ ਨੇ ਕਿ ਉਪਮਾ ਅਲੰਕਾਰ ਦਾ ਢੇਰ ਉਸ ਵਿੱਚ ਜਿਹੜਾ ਹੈ ਨਾ ਉਹ ਸੁਗਾਤ ਦੇ ਤੌਰ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ। ਜਦੋਂ ਬੱਚਾ ਕੋਈ ਜੋਖਮ ਵੇਲੇ ਢਹਿੰਦੀ ਕਲਾ ਜਾਂਦਾ, ਉਦਾਸ ਹੋ ਜਾਂਦਾ, ਉਹ ਪਿਛਾਂਹ ਨੂੰ ਜਾਣਾ ਲੋਚਦਾ ਹੈ, ਤੇ ਐਸੇ ਸਮੇਂ ਜਿਹੜੀ ਮਾਂ ਹੈ ਨਾ ਆਪਣੇ ਬਚਨਾਂ ਨਾਲ ਉਸ ਨੂੰ ਹਰ ਜੋਖਮ ਵੇਲੇ, ਹਰ ਰਿਸਕ ਵੇਲੇ, ਹਰ ਢਹਿੰਦੀ ਕਲਾ, ਹਰ ਉਦਾਸੀ ਵੇਲੇ ਬੜੀ ਹਲਾਸ਼ੇਰੀ ਦਿੰਦੀ ਹੈ। ਦੂਜਿਆਂ ਦੇ ਦੁੱਖ ਸੁੱਖ 'ਚ ਉਹ ਬੜੀ ਭਾਈਵਾਲ ਬਣਦੀ ਹੈ। ਜਿੱਦਾਂ ਇੱਕ ਜਗ੍ਹਾ ਜ਼ਿਕਰ ਆਉਂਦਾ ਵੀ ਉਹਦੇ ਗਵਾਂਢਣ ਦੇ ਪਤੀ ਨੇ ਉਸ ਨੂੰ ਕੁੱਟ ਦਿੱਤਾ, ਉਹ ਫੌਰਨ ਉਸਦੇ ਘਰ ਗਈ, ਉਸ ਨੂੰ ਬੜੀ ਲਾਹਨਤ ਪਾਈ। ਕਿਸ ਦੇ ਘਰ ਗਈ, ਉਹ ਜਿਹੜੀ ਜਨਾਨੀ ਸੀ ਉਹ ਰੋਟੀਆਂ ਪਕਾ ਰਹੀ ਸੀ, ਕਹਿੰਦੀ ਬਹੁਤ ਮਿਹਨਤੀ ਹੈ, ਬਹੁਤ ਵੱਡਾ ਪਰਿਵਾਰ ਹੈ। ਕਹਿੰਦੀ ਤੂੰ ਪਰਿਵਾਰ ਦੇਖਿਆ ਹੈ? ਕਹਿੰਦੀ ਪਰਿਵਾਰ ਨਹੀਂ ਦੇਖਿਆ, ਪਰ ਉਹ ਪਰਾਤ 'ਚ ਜਿੱਦਾਂ ਭੇਡ ਲਟਾਈ ਹੁੰਦੀ ਹੈ ਨਾ, ਇੱਦਾਂ ਸਰ ਉਹਨੇ ਆਟਾ ਗੁੰਨ ਕੇ ਉਹ ਪਰਾਤ 'ਚ ਰੱਖਿਆ ਸੀ। ਇਸ ਗੱਲ ਨੂੰ ਸੁਣ ਕੇ ਉਹਨੂੰ ਬੜਾ ਹਾਸਾ ਆ ਗਿਆ। ਇਸ ਤਰ੍ਹਾਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਨਾ, ਇਸ ਤੋਂ ਪਤਾ ਲੱਗਦਾ ਹੈ ਵੀ ਉਹ ਇੱਕ ਦੂਜੇ ਦੇ ਦੁੱਖ ਸੁੱਖ ਦੀ ਭਾਈਵਾਲ ਬਣਦੀ। ਉਹ ਸੰਤੋਖੀ ਬੜੀ ਹੈ। ਇੰਨਾ ਵੱਡਾ ਪਰਿਵਾਰ ਉਹ ਗਰੀਬੀ ਵਿੱਚ ਹੀ ਪਾਲ ਕੇ ਉਹਨਾਂ ਨੂੰ ਸੰਸਕਾਰ ਦੇ ਰਹੀ ਹੈ। ਉਹ ਆਪਣੇ ਮੋਹ ਦੇ ਆਧਾਰ 'ਤੇ ਉਸ ਪਰਿਵਾਰ ਨੂੰ ਬੰਨ੍ਹ ਕੇ ਬੈਠੀ ਹੈ। ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ, ਤੇ ਜਦੋਂ ਸਮੇਂ-ਸਮੇਂ 'ਤੇ ਆਉਂਦੇ ਨੇ, ਬੱਚਿਆਂ ਦੀ ਉਡੀਕ ਕਰਦੀ ਹੈ, ਕਿਉਂਕਿ ਉਹ ਕਹਿੰਦੀ ਹੈ ਕਿ ਮੈਂ ਇੱਕ ਐਸਾ ਕਿਲ੍ਹਾ ਹਾਂ ਜਿਸ 'ਤੇ ਬਹੁਤ ਭਾਰੀ ਜੰਦਰਾ ਲੱਗਾ ਹੈ, ਔਰ ਜੋ ਮੇਰੇ ਬੱਚੇ ਨੇ ਉਸ ਜੰਦਰੇ ਦੀਆਂ ਚਾਬੀਆਂ ਨੇ। ਰੌਣਕਾਂ ਨਹੀਂ ਚਾਹੀਦੀਆਂ, ਮੈਨੂੰ ਆਪਣੇ ਬੱਚਿਆਂ ਦਾ ਇੱਥੇ ਆਉਣਾ ਚਾਹੀਦਾ, ਇੱਥੇ ਉਹਨਾਂ ਦੀ ਆਉਣ ਦੇ ਉਹਨਾਂ ਦੇ ਕਦਮ ਚਾਹੀਦੇ ਨੇ। ਫਿਰ ਇਹ ਵੀ ਗੱਲ ਕਰਦੀ ਹੈ ਕਿ ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ ਹੈ, ਇਸ ਨੂੰ ਜੋੜ ਕੇ ਰੱਖਣਾ ਹੈ, ਕਿਉਂਕਿ ਜੇ ਮੈਂ ਮਰ ਗਈ ਨਾ, ਤੇ ਇਹ ਰਾਜਧਾਨੀ ਟੁੱਟ ਜਾਏਗੀ। ਜਿੱਥੇ ਤੁਸੀਂ ਇਕੱਠੇ ਹੋ, ਜਿੱਥੇ ਤੁਸੀਂ ਪਿਆਰ ਨਾਲ ਮਿਲਦੇ ਹੋ, ਮੇਰੇ ਮਰਨ ਤੋਂ ਬਾਅਦ ਇਹ ਰਾਜਧਾਨੀ ਟੁੱਟ ਜਾਏਗੀ। ਜੀਵ ਹੱਤਿਆ ਦੀ ਬੜੀ ਚਿੰਤਾ ਕਰਦੀ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਪਿੰਡ ਦੇ ਲੋਕ ਹੁਣ ਜਿਹੜੇ ਪੰਛੀ ਨੇ ਨਾ, ਮਾਸੂਮ ਪੰਛੀ, ਉਹਨਾਂ ਨੂੰ ਗੋਲੀ ਮਾਰ ਕੇ ਖਾ ਜਾਂਦੇ ਨੇ। ਇਸ ਤਰ੍ਹਾਂ ਉਸ ਨੂੰ ਬੜੀ ਚਿੰਤਾ ਹੈ। ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਰੇਖਾ ਚਿੱਤਰ, ਇਸ ਤਰ੍ਹਾਂ ਦਾ ਸ਼ਬਦ ਚਿੱਤਰਣ ਹੈ ਇੱਕ ਮਾਂ ਦਾ, ਜਿਹੜਾ ਕਿ ਡਾਕਟਰ ਹਰਪਾਲ ਸਿੰਘ ਪੁੰਨੂ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਪਾਠ ਕਰਕੇ ਅਸੀਂ ਇਹਨਾਂ ਸਾਹਿਤਕਾਰ ਦੇ ਰਿਣੀ ਰਹਾਂਗੇ। ਲਓ ਜੀ, ਹੁਣ ਅਸੀਂ ਪਾਠ ਸ਼ੁਰੂ ਕਰਦੇ ਹਾਂ। ਲਓ ਜੀ, ਇਸ ਲੇਖ ਪੜ੍ਹਨ ਤੋਂ, ਵਾਰਤਕ ਪੜ੍ਹਨ ਤੋਂ ਪਹਿਲਾਂ ਅਸੀਂ ਡਾਕਟਰ ਹਰਪਾਲ ਸਿੰਘ ਪੁੰਨੂ ਬਾਰੇ ਕੁਝ ਗੱਲ ਕਰ ਲਈਏ। ਇਹਨਾਂ ਦਾ ਜੋ ਜਨਮ ਹੈ ਉਹ 1953 ਯਾਨੀ 1953 ਦਾ ਹੈ। ਡਾਕਟਰ ਹਰਪਾਲ ਸਿੰਘ ਪੁੰਨੂ ਦਾ ਜਨਮ 20 ਜੂਨ 1953 ਨੂੰ ਪਿਤਾ ਰਣ ਸਿੰਘ ਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਡਾਕਟਰ ਹਰਪਾਲ ਸਿੰਘ ਪੁੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰ ਪ੍ਰੋਫੈਸਰ ਕਾਰਜਸ਼ੀਲ ਹਨ। ਇਸ ਸਮੇਂ ਵੀ ਉਹ UGC ਦੇ ਬੁੱਧਿਸਟ ਸਟੱਡੀ ਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਇਸ ਸਮੇਂ ਵੀ ਆਪ ਜੀ ਦੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਧਰਮ ਅਧਿਐਨ ਯੂਨੀਵਰਸਿਟੀ ਕੁੰਭ ਯਾਨੀ ਈਰਾਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਨੇ। ਹੁਣ ਜਿਹੜੇ ਕੁੰਭ ਜਾਂ ਈਰਾਨ ਦੇ ਜਿਹੜੀਆਂ ਗੱਲਾਂ ਨੇ ਉਸ ਬਾਰੇ ਬੜੇ ਸੁੰਦਰ ਇੰਟਰਵਿਊ ਨੇ, ਵੀ ਜੋ ਕਿਸੇ ਜ਼ਮਾਨੇ 'ਚ ਕੋਹ ਕਾਫ ਦੀਆਂ ਪਰੀਆਂ ਦੀ ਗੱਲਾਂ ਚੱਲਦੀਆਂ ਸੀ, ਉਹ ਜੋ ਈਰਾਨ ਦੇ ਇਲਾਕੇ ਦੀਆਂ, ਜੋ ਪਹਾੜਾਂ ਦੇ ਇਲਾਕੇ ਦੀਆਂ ਜੋ ਸੁੰਦਰ ਇਸਤਰੀਆਂ ਨੇ, ਇਹਨਾਂ ਬਾਰੇ ਸਾਡੇ ਸਮਾਜ ਵਿੱਚ, ਪੰਜਾਬ ਵਿੱਚ, ਪੰਜਾਬ ਦੀਆਂ ਕਹਾਣੀਆਂ ਵਿੱਚ, ਬਹੁਤ ਪੁਰਾਣੀਆਂ ਪਰੀ ਕਹਾਣੀਆਂ ਵਿੱਚ ਪਰੀ ਕਹਾਣੀਆਂ ਵਰਗਾ ਦਰਜਾ ਉਹਨਾਂ ਨੂੰ ਪ੍ਰਾਪਤ ਹੈ। ਇਸ ਬਾਰੇ ਬੜਾ ਸੁੰਦਰ ਇੰਟਰਵਿਊ ਮੈਂ ਖੁਦ ਸੁਣਿਆ ਹੈ ਪ੍ਰੋਫੈਸਰ ਡਾਕਟਰ ਹਰਪਾਲ ਸਿੰਘ ਪੁੰਨੂ ਜੀ ਦਾ, ਤੁਸੀਂ ਜ਼ਰੂਰ ਸੁਣਨਾ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਕ ਰਵਿੰਦਰਨਾਥ ਟੈਗੋਰ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ। ਕਹਾਣੀ ਦੀ ਜਦੋਂ ਸ਼ੁਰੂ ਕਰਦੇ ਹਾਂ ਸਾਨੂੰ ਪਤਾ ਲੱਗਦਾ ਹੈ ਵੀ ਇੱਕ ਬਚਪਨ ਦੀ ਆਮ ਜੀ ਘਟਨਾ ਤੋਂ ਸ਼ੁਰੂ ਹੁੰਦੀ ਹੈ। ਘਟਨਾ ਨਹੀਂ, ਇੱਕ ਬਿਰਤਾਂਤ ਤੋਂ ਸ਼ੁਰੂ ਹੁੰਦੀ ਹੈ ਵੀ 4-5 ਸਾਲ ਦੀ ਉਮਰ ਤੱਕ ਦਾ ਆਪਣਾ ਬਚਪਨ ਮੈਨੂੰ ਯਾਦ ਹੈ। ਇਹਦੇ ਉਸ ਤੋਂ ਪਹਿਲੇ ਦਾ ਨਹੀਂ, ਜਦੋਂ 4-5 ਸਾਲ ਦਾ ਸੀ ਉਹ ਸਾਰੀ ਗੱਲ ਉਸ ਨੂੰ ਚੇਤੇ ਵਿੱਚ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਅਤੇ ਹਰ ਗੇੜ ਵਿੱਚ, ਹਰ ਚੱਕਰ ਵਿੱਚ ਮੈਂ ਉਸਦੀ ਕਮੀਜ਼ ਦੀ ਕੰਨੀ ਫੜ ਕੇ ਨਾਲ ਤੁਰਦਾ ਜਾਂਦਾ। ਛੋਟਾ ਬੱਚਾ ਸੀ, ਮਾਂ ਨਾਲ ਬਹੁਤ ਮੋਹ ਸੀ, ਬੜਾ ਪਿਆਰ ਸੀ, ਔਰ ਮਾਂ ਦਾ ਵੀ ਬੱਚੇ ਨਾਲ ਬੜਾ ਮੋਹ ਸੀ। ਇਸ ਕਰਕੇ ਜਿਹੜਾ ਬੱਚਾ ਸੀ ਉਸਦੀ ਕੰਨੀ ਯਾਨੀ ਉਸਦਾ ਪੱਲਾ ਫੜ ਕੇ ਨਾਲ ਤੁਰਦਾ ਸੀ। ਕਈ ਵਾਰੀ ਲੱਤਾਂ ਵਿੱਚ ਉਲਝ ਕੇ ਡਿੱਗਦਾ। ਛੋਟਾ ਬੱਚਾ ਸੀ, ਨਹੀਂ ਪਤਾ ਸੀ, ਉਹ ਮਾਂ ਦੇ ਅੱਗੇ ਆਉਂਦਾ ਸੀ, ਮਾਂ ਨੂੰ ਠੋਕਰ ਲੱਗਦੀ ਸੀ, ਉਲਝ ਜਾਂਦਾ ਸੀ, ਡਿੱਗ ਪੈਂਦਾ ਸੀ, ਔਰ ਬੇਬੇ ਡਿੱਗਣੋਂ ਮਸਾਂ ਬਚਦੀ। ਇਹ ਬੜਾ ਸੁੰਦਰ ਜਿਹਾ ਦ੍ਰਿਸ਼ ਹੈ, ਬੜਾ ਸਹਿਜ ਜਿਹਾ ਦ੍ਰਿਸ਼ ਹੈ ਕਿ ਮਾਂ ਔਰ ਬੱਚਾ ਇਕੱਠੇ ਜਾ ਰਹੇ ਨੇ, ਉਹ ਪਾਣੀ ਭਰਨ ਜਾ ਰਹੀ ਹੈ, ਬੱਚਾ ਕੰਨੀ ਫੜ ਕੇ, ਪੱਲਾ ਫੜ ਕੇ ਨਾਲ ਜਾ ਰਿਹਾ, ਉਹ ਵਿੱਚ ਅੜਦਾ ਡਿੱਗਦਾ ਜਾ ਰਿਹਾ, ਔਰ ਮਾਂ ਵੀ ਮਸਾਂ ਬਚਦੀ ਹੈ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰਾਂ ਵਰਗੇ ਹੁੰਦੇ। ਵੀ ਜਿਹੜੀ ਮਾਂ ਹੈ ਉਸ ਨੇ ਘਰ ਵਿੱਚ ਇੱਕ ਜਸ਼ਨ ਵਰਗਾ ਮਾਹੌਲ ਹੈ, ਇੱਕ ਖੁਸ਼ੀਆਂ ਦਾ, ਖੇੜਿਆਂ ਦਾ ਪੂਰਾ ਮਾਹੌਲ ਹੈ, ਉਹ ਸਾਰਾ ਮਾਂ ਦੇ ਸਿਰ 'ਤੇ ਹੈ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਅੱਠ ਵਟਾਉਂਦੇ, ਦਰਖਤਾਂ 'ਤੇ ਚੜ੍ਹਦੇ, ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ। ਸੱਟ ਫੇਟ ਬਿਮਾਰੀ ਨੇੜੇ ਤੇੜੇ ਵੀ ਨਹੀਂ ਸੀ। ਇਹ ਸਾਰਾ ਜੋ ਖੁਸ਼ਨੁਮਾ ਮਾਹੌਲ ਹੈ, ਇਹ ਸਾਰਾ ਮਾਂ ਦੇ ਸਿਰ 'ਤੇ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ ਉਸ ਸਮੇਂ ਜਦੋਂ ਮਾਂ ਸੀ।
ਜਦੋਂ ਕਦੇ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਸੁੰਮ-ਗੁੰਮ ਜੇ ਫਿਰਦੇ ਰਹਿੰਦੇ ਇੱਧਰ ਉੱਧਰ। ਕਿਤੇ ਯਾਨੀ ਵਾਂਢੇ ਜਾਂਦੀ, ਕਿਸੇ ਯਾਤਰਾ ਕਿਸੇ ਰਿਸ਼ਤੇਦਾਰੀ 'ਤੇ ਜਾਂਦੀ ਤਾਂ ਉਹ ਜੋ 2-4 ਦਿਨ ਸੀ ਬੜੇ ਉਦਾਸ ਬੜੇ ਗੁੰਮਸੁੰਮ ਬੀਤਦੇ। ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਹੀਂ ਲੱਗਦੀ ਸੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਇਹ ਖਿਆਲ ਰੱਖਦਾ ਸੀ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਬਸ ਇੰਨਾ ਕੁ ਜ਼ਿਕਰ ਪਿਤਾ ਦਾ ਆਇਆ ਵੀ ਸਖਤ ਸੁਭਾਅ ਦਾ ਸੀ, ਪਰ ਬੱਚੇ ਨੂੰ ਰਵਾਉਂਦਾ ਨਹੀਂ ਸੀ, ਝਿੜਕਦਾ ਨਹੀਂ ਸੀ, ਕਿਉਂਕਿ ਇੱਕ ਵਾਰ ਰੋ ਪੈਣਗੇ ਤੇ ਫਿਰ ਚੁੱਪ ਨਹੀਂ ਕਰਨਗੇ। ਜਦੋਂ ਕਦੇ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਹੀਂ ਹੁੰਦੇ, ਕਿਉਂਕਿ ਘਰ 'ਚ ਗਰੀਬੀ ਬੜੀ ਸੀ ਨਾ, ਇਸ ਕਰਕੇ ਜੋ ਬਹੁਤ ਮੁੱਢਲੀਆਂ ਜ਼ਰੂਰਤਾਂ ਨੇ, ਬਹੁਤ ਬੇਸਿਕ ਜ਼ਰੂਰਤਾਂ ਨੇ, ਜਦੋਂ ਉਹ ਵੀ ਪੂਰੀਆਂ ਨਾ ਹੁੰਦੀਆਂ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਯਾਨੀ ਬੱਚਿਆਂ ਸਾਹਮਣੇ ਆਪਣੇ ਗਰੀਬੀ 'ਤੇ ਰੋਣਾ ਉਸਨੂੰ ਬਹੁਤ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹ ਰੋਂਦੀ ਤਾਂ ਸੀ, ਉਸਨੂੰ ਦੁੱਖ ਤਾਂ ਸੀ ਆਪਣੀ ਗਰੀਬੀ 'ਤੇ ਕਿ ਬੱਚੇ ਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦੀ, ਕਿਤਾਬਾਂ ਨਹੀਂ ਲੈ ਕੇ ਦੇ ਸਕਦੀ, ਹੋਰ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦੀ, ਕੱਪੜੇ ਨਹੀਂ ਖਰੀਦ ਸਕਦੀ, ਪਰ ਬੱਚਿਆਂ ਸਾਹਮਣੇ ਆਪਣੇ ਦੁੱਖ ਦਾ ਆਪਣੀ ਗਰੀਬੀ ਦਾ ਕਦੇ ਪ੍ਰਗਟਾਵਾ ਨਹੀਂ ਕਰਦੀ ਸੀ। ਇਸ ਕਰਕੇ ਜੋ ਦ੍ਰਿਸ਼ ਬਣਿਆ ਨਾ ਵੀ ਬੱਚੇ ਖੇਡਦੇ ਸੀ, ਬੱਚੇ ਜਿਹੜੇ ਸੀ ਖੇਤੀ 'ਚ ਹੱਥ ਵਟਾਉਂਦੇ ਸੀ, ਛਾਲਾਂ ਮਾਰਦੇ ਸੀ, ਨਹਿਰ 'ਚ ਜਾਂਦੇ ਸੀ, ਉਹ ਬੜਾ ਖੁਸ਼ਨੁਮਾ ਮਾਹੌਲ ਇਸ ਕਰਕੇ ਸੀ ਕਿਉਂਕਿ ਮਾਂ ਆਪਣੇ ਦੁੱਖ ਦਾ ਪ੍ਰਗਟਾਵਾ ਆਪਣੇ ਕੀਰਨੇ ਬੱਚਿਆਂ ਸਾਹਮਣੇ ਕਦੀ ਕਰਦੀ ਨਹੀਂ ਸੀ। ਇਸ ਕਰਕੇ ਬੱਚੇ ਖੁਸ਼ ਸੀ ਔਰ ਮਾਂ ਵੀ ਖੁਸ਼ ਸੀ। ਹੁਣ ਜਦੋਂ ਇਸ ਤਰ੍ਹਾਂ ਦੇ ਦਿਨ ਆਉਂਦੇ, ਗਰੀਬੀ ਦੇ ਦਿਨ ਆਉਂਦੇ, ਪੈਸਾ ਕੋਲ ਨਹੀਂ ਹੁੰਦਾ ਸੀ, ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਕਿਉਂਕਿ ਮਾਮੇ ਚੰਗੇ ਵਾਹੀਕਾਰ ਸਨ, ਚੰਗੇ ਕਿਸਾਨ ਸੀ। ਦੋਹਾਂ ਕੋਲ 50 ਏਕੜ ਜ਼ਮੀਨ ਸੀ, ਯਾਨੀ ਉਹ 2 ਮੁਰੱਬਿਆਂ ਦੇ ਮਾਲਕ ਸਨ। ਉਦੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ, ਕਿਉਂਕਿ ਬਹੁਤ ਭਰਿਆ ਘਰ ਸੀ ਪੇਕਿਆਂ ਦਾ। ਇਸ ਕਰਕੇ ਜਦੋਂ ਵੀ ਜਾਂਦੀ ਸੀ ਗਰੀਬੀ ਔਖੇ ਸਮੇਂ ਤੇ ਉਹ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਦੇ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਸੀ ਔਰ ਤਾਜ਼ੀ ਸੂਈ ਛੱਡ ਦਿੰਦੇ ਸੀ, ਕਿਉਂਕਿ ਗਰੀਬੀ ਸੀ ਨਾ ਸਹੁਰੇ ਘਰ ਵਿੱਚ। ਇਸ ਕਰਕੇ ਉਹ ਉਸ ਆਪਣੀ ਭੈਣ ਦਾ ਯਾਨੀ ਇਸ ਲੇਖਕ ਦੀ ਮਾਂ ਦਾ ਬੜਾ ਖਿਆਲ ਰੱਖਦੇ ਸੀ। ਕੋਈ ਗਾਂ ਪੁਰਾਣੀ ਹੋ ਜਾਂਦੀ ਸੀ, ਦੁੱਧ ਦੇਣੋਂ ਹਟ ਜਾਂਦੀ ਸੀ ਜਾਂ ਘੱਟ ਦੁੱਧ ਦਿੰਦੇ ਸੀ, ਉਹ ਆਪਣੇ ਨਾਲ ਵਾਪਸ ਲੈ ਜਾਂਦੇ ਸੀ ਔਰ ਤਾਜ਼ੀ ਸੂਈ ਯਾਨੀ ਜਿਸ ਦਾ ਦੁੱਧ ਜ਼ਿਆਦਾ ਹੁੰਦਾ ਸੀ ਉਹ ਗਾਂ ਮੱਝ ਛੱਡ ਜਾਂਦੇ ਸੀ। ਇਸ ਤਰ੍ਹਾਂ ਆਪਣੀ ਭੈਣ ਦਾ ਉਸਦੇ ਜੋ ਮਾਮੇ ਸੀ ਉਹ ਬੜਾ ਖਿਆਲ ਰੱਖਦੇ ਸੀ। ਘਿਓ ਦਿੰਦੇ, ਖੋਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸਵਰਗ ਕਿਹੋ ਜਿਹਾ ਹੋਇਆ ਕਰਦਾ, ਇਹਦਾ ਮਤਲਬ ਮਾਮਿਆਂ ਦੇ ਘਰ ਉਸਨੂੰ ਸਵਰਗ ਲੱਗਦਾ ਸੀ। ਬਹੁਤ ਵੱਡੇ ਖੇਤੀ ਸੀ, ਬੜੇ ਵੱਡੇ ਸੁੱਖ ਸੁਵਿਧਾਵਾਂ ਸੀ, ਆਪਣੀਆਂ ਸੁੱਖਾਂ ਵਿੱਚੋਂ ਆਪਣੀ ਭੈਣ ਨਾਲ ਵੀ ਉਹ ਹਿੱਸਾ ਵੰਡਾਉਂਦੇ ਸੀ। ਇਸ ਕਰਕੇ ਉਹਨਾਂ ਨੂੰ ਮਾਮਿਆਂ ਦਾ ਘਰ ਸਵਰਗ ਵਰਗਾ ਲੱਗਦਾ ਸੀ। ਇੱਕ ਵਾਰੀ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋੜ ਦਿੱਤਾ, ਕਿਉਂਕਿ ਘਰ 'ਚ ਗੁਜ਼ਾਰਾ ਮੁਸ਼ਕਿਲ ਸੀ। ਇਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਖਰਚੇ ਤੋਂ ਥੋੜ੍ਹਾ ਸਕੂਨ ਪਾਉਣ ਲਈ ਬੱਚੇ ਨੂੰ ਨਾਨਕੇ ਭੇਜ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀ, ਕਿਉਂਕਿ ਗਰੀਬ ਘਰ ਦੀ ਸੀ ਨਾ, ਔਰ ਜੋ ਭਰਾ ਸੀ ਭਰਜਾਈਆਂ। ਇਸ ਮਾਹੌਲ ਵਿੱਚ ਉਹ ਬੱਚੇ ਨੂੰ ਸਮਝਾ ਕੇ ਭੇਜਦੀ ਆ ਵੀ ਉੱਥੇ ਸਮਝਦਾਰੀ ਨਾਲ ਕੰਮ ਲਈ, ਅਕਲ ਨਾਲ ਹਲੀਮੀ ਯਾਨੀ ਨਿਮਰਤਾ ਨਾਲ ਕੰਮ ਲਈ। ਤੇਰੀ ਮੰਮੀ ਬੜੀ ਚੰਗੀ ਹੈ, ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ, ਯਾਨੀ ਦੋਨਾਂ ਦਾ ਸੁਭਾਅ ਬੜਾ ਫਰਕ ਹੈ। ਮਾਮਾ ਤੇ ਆਪ ਆਮ ਕਿਸਾਨ ਵਾਹੀਕਾਰ ਹੈ, ਉਸ ਨਾਲ ਕਿੱਦਾਂ ਗੱਲ ਕਰਨੀ ਹੈ, ਔਰ ਮਾਮੀ ਜਿਹੜੀ ਬੜੀ ਸਮਝਦਾਰ ਹੈ, ਬੜੀ ਸਾਊ ਹੈ, ਉਸ ਨਾਲ ਕਿੱਦਾਂ ਗੱਲ ਕਰਨੀ ਹੈ। ਯਾਨੀ ਇੱਕ ਇੱਕ ਨਿੱਕੀ ਨਿੱਕੀ ਗੱਲ ਆਪਣੇ ਬੱਚੇ ਨੂੰ ਸਮਝਾ ਕੇ ਭੇਜੀ। ਜਾਂ ਗੁਰੂ ਰੱਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ ਕਿ ਜਿਵੇਂ ਮਾਂ ਨੇ ਉਸ ਨੂੰ ਸਮਝਾ ਕੇ ਭੇਜਿਆ ਸੀ, ਉਸਨੇ ਆਪਣੇ ਮਾਮਿਆਂ ਕੋਲ ਜਾ ਕੇ, ਆਪਣੀ ਮਾਮੀ ਕੋਲ ਜਾ ਕੇ ਉਸ ਤਰ੍ਹਾਂ ਦੀ ਸਾਰੀ ਗੱਲ ਦੱਸੀ। ਹੁਣ ਪਟਿਆਲੇ ਜੋ ਥੋੜ੍ਹਾ ਵੱਡਾ ਹੋ ਗਿਆ, ਪਟਿਆਲੇ ਜਾਣਾ ਸ਼ੁਰੂ ਕਰਤਾ ਪੜ੍ਹਨ ਲਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰੀ ਨਾਨਕੇ ਜਾਂਦਾ, ਦੂਜੀ ਵਾਰੀ ਦਾਦਕੇ, ਯਾਨੀ ਇੱਕ ਵਾਰ ਨਾਨਕੇ ਇੱਕ ਵਾਰ ਦਾਦਕੇ। ਇਸ ਤਰ੍ਹਾਂ ਉਹ ਬਦਲ ਕੇ ਆਪਣੇ ਘਰ ਜਾਂਦਾ ਸੀ ਜਾਂ ਨਾਨਕੇ ਜਾਂਦਾ ਸੀ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਮਾਂ ਦੇ ਕੋਲ, ਯਾਨੀ ਆਪਣੇ ਦਾਦਕੇ, ਉਹਦੀ ਮਾਂ ਸੀ ਅਤੇ ਮਾਂ ਦੇ ਕੋਲੋਂ ਵਿਛੜਨ ਲੱਗਦਾ ਨਾ ਪੜ੍ਹਾਈ ਲਈ, ਉਹ ਪਟਿਆਲੇ ਜਾਂਦਾ ਸੀ। ਜਦੋਂ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ, ਯਾਨੀ ਰੋਂਦੀ ਸੀ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਮੈਂ ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ? ਜੋ ਰੋਣ ਧੋਣ ਸ਼ੁਰੂ ਹੋ ਗਿਆ। ਮਾਂ ਨਾਲ ਬੜਾ ਮੋਹ ਸੀ, ਬੜਾ ਸਨੇਹ ਸੀਗਾ, ਔਰ ਮਾਂ ਜਦੋਂ ਉਹ ਵਿਛੜਦਾ ਸੀ ਪੜ੍ਹਾਈ ਲਈ ਆਪਣੇ ਦੂਜੇ ਸ਼ਹਿਰ ਪਟਿਆਲੇ ਜਾਂਦਾ ਸੀ ਅਤੇ ਮਾਂ ਰੋਂਦੀ ਸੀ ਵਿਛੜਨ ਲੱਗਿਆ। ਅਤੇ ਬੇਬੇ ਅੱਖਾਂ ਪੂੰਝਦੀ ਆਖਦੀ, ਕੱਟੜੂ ਵਛੜੂ ਸਰਹੱਦਾਂ ਉੱਪਰ ਦੁਸ਼ਮਣਾਂ ਨਾਲ ਲੜਨ ਨਹੀਂ ਜਾਂਦੇ। ਯਾਨੀ ਉਹ ਕਹਿੰਦੇ ਤੂੰ ਜਵਾਨ ਨਹੀਂ ਹੈ, ਤੂੰ ਕੋਈ ਬਹਾਦਰ ਨਹੀਂ, ਤੂੰ ਤਾਂ ਮੇਰਾ ਕੱਟੜੂ ਵਛੜੂ ਹੈ। ਜਿੱਦਾਂ ਮੱਝਾਂ ਦੇ ਗਾਵਾਂ ਦੇ ਕੱਟੜੂ ਵੱਛੜੂ ਹੁੰਦੇ ਹੈ, ਉਹ ਕੋਈ ਜੰਗ ਥੋੜ੍ਹਾ ਲੜਦੇ ਹੈ। ਯਾਨੀ ਆਪਣੇ ਬੱਚੇ ਨੂੰ ਇਤਨਾ ਮੋਹ ਕਰਦੀ ਜਿਤਨਾ ਕਿ ਗਾਵਾਂ ਮੱਝਾਂ ਆਪਣੇ ਬੱਚਿਆਂ ਨੂੰ ਕਰਦੀਆਂ ਨੇ। ਫਿਰ ਉਹ ਸਮਝਾਉਂਦੀ ਹੈ, ਤੂੰ ਦੇਖਿਆ ਨਹੀਂ ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੰਭਣ ਰੀਂਗਣ ਲੱਗਦੀਆਂ ਨੇ, ਰੱਸੇ ਤੁੜਾਉਂਦੀਆਂ ਨੇ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਨੇ ਕਿ ਜਿੱਥੋਂ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਯਾਨੀ ਜਦੋਂ ਤੱਕ ਬੱਚੇ ਆਪਣੀ ਨਜ਼ਰਾਂ ਦੇ ਸਾਹਮਣੇ ਨੇ ਉਹ ਠੀਕ ਨੇ।
ਜਿੱਦਾਂ ਹੀ ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ, ਇਹਦਾ ਮਤਲਬ ਜਦੋਂ ਬੱਚਾ ਮਾਂ ਦੀਆਂ ਅੱਖਾਂ ਤੋਂ ਓਹਲੇ ਗਿਆ, ਇਹਦਾ ਮਤਲਬ ਉਹ ਦੁਸ਼ਮਣਾਂ ਦੇ ਖੇਤਰ ਵਿੱਚ ਚਲਾ ਗਿਆ, ਯਾਨੀ ਉਸ ਨੂੰ ਖਤਰਾ ਹੋ ਸਕਦਾ ਹੈ। ਕੀ ਪਤਾ ਕਦੋਂ ਕੀ ਵਾਪਰ ਜਾਵੇ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ। ਇੱਥੇ ਬਹੁਤ ਇੰਪੋਰਟੈਂਟ ਸੈਂਟੈਂਸ ਹੈ ਵੀ ਤੇਰੀ ਕਿਸਮਤ 'ਚ ਮਾਂ ਹੋਣਾ ਨਹੀਂ ਲਿਖਿਆ, ਤੂੰ ਤਾਂ ਮਰਦ ਹੈ। ਤੈਨੂੰ ਮਾਂ ਦੇ ਮੋਹ ਨਾਲ, ਤੈਨੂੰ ਮਾਂ ਦੇ ਦੁੱਖ ਨਾਲ, ਤੈਨੂੰ ਮਾਂ ਦੇ ਫਿਕਰਾਂ ਨਾਲ ਕੀ ਵਾਸਤਾ। ਮਾਂ ਦੇ ਫਿਕਰ, ਮਾਂ ਦਾ ਮੋਹ, ਮਾਂ ਦੇ ਦੁੱਖ ਸਿਰਫ ਮਾਂ ਹੀ ਜਾਣਦੀ। ਇਸ ਕਰਕੇ ਤੂੰ ਨਹੀਂ ਸਮਝ ਸਕਦਾ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ। ਤੂੰ ਤਾਂ ਪੁਰਖ ਹੈ, ਤੂੰ ਤਾਂ ਬੰਦਾ ਹੈ, ਇਸ ਕਰਕੇ ਤੂੰ ਨਹੀਂ ਸਮਝ ਸਕਦਾ। ਤੇ ਫਿਰ ਉਹ ਅਸੀਸਾਂ ਦੇ ਕੇ ਤੋਰਦੀ। ਬੇਬੇ ਯਾਨੀ ਮਾਂ ਦੱਸਿਆ ਕਰਦੀ ਸੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਯਾਨੀ ਗੋਰੀ ਚਿੱਟੀ ਸੀ, ਲਾਲੀਆਂ ਝੜਦੀਆਂ ਸਨ ਮੂੰਹ ਤੇ, ਹੀਰ ਸੀ ਬਸ, ਯਾਨੀ ਉਹ ਹੀਰ ਰਾਂਝੇ ਵਾਲੀ ਸਟੋਰੀ ਵਾਲੀ ਸੋਹਣੀ ਹੀਰ ਸੀ। ਮਿਹਨਤ ਨਾਲ ਘੜੀ ਰੱਬ ਨੇ, ਯਾਨੀ ਉਹਨੂੰ ਇੰਨਾ ਸੁੰਦਰ ਬਣਾਇਆ ਸੀ, ਲੱਗਦਾ ਸੀ ਰੱਬ ਨੇ ਵੇਲ ਦੇ ਟਾਈਮ ਘੜਿਆ। ਹੁਣ ਉਹ ਆਪਣੀ ਭਾਬੀ ਯਾਨੀ ਇਸ ਦੀ ਮਾਮੀ ਦੀ ਤਾਰੀਫ ਕਰਦਾ ਦੱਸਦੀ ਹੈ, ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ, ਇੰਨੀ ਸੁੰਦਰ ਸੀ ਭਾਬੀ। ਕਾਨੂੰ ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹਨਾਂ ਨੂੰ ਗਰੀਬਣੀ ਹੈ, ਯਾਨੀ ਕਿਉਂਕਿ ਉਹ ਗਰੀਬ ਘਰ ਵਿਆਹੀ ਗਈ ਸੀ ਨਾ, ਔਰ ਭਾਬੀ ਅਮੀਰ ਘਰ ਵਿਆਹ ਕੇ ਆਈ ਸੀ। ਹੁਣ ਉਸ ਚਿੰਤਾ ਸੀ, ਕਿਉਂਕਿ ਜਿਹੜੇ ਭਰਾ ਹੁੰਦੇ ਆ ਨਾ ਉਹ ਭਾਬੀਆਂ ਦੇ ਅਧੀਨ ਹੁੰਦੇ ਆ। ਕਿਸੇ ਵੀ ਸਮੇਂ ਦੀ ਗੱਲ ਲੈ ਲਓ, ਜਿਹੜੇ ਭਰਾ ਹੁੰਦੇ ਹਮੇਸ਼ਾ ਭਾਬੀਆਂ ਦੇ ਵਿਚਾਰਾਂ ਦੇ, ਉਹਨਾਂ ਦੇ ਨਸੀਹਤਾਂ ਦੇ ਅਧੀਨ ਹੁੰਦੇ ਆ। ਇਸ ਕਰਕੇ ਉਹ ਖੁੱਲ੍ਹ ਕੇ ਕੋਈ ਕੰਮ ਨਹੀਂ ਕਰ ਸਕਦੇ। ਇਸ ਕਰਕੇ ਭਰਾ ਨੂੰ ਆਖਣ ਦੀ ਬਜਾਏ ਉਹ ਭਾਬੀ ਨੂੰ ਮਿੰਨਤਾਂ ਕਰਦੀ ਹੈ ਵੀ ਮੇਰਾ ਧਿਆਨ ਰੱਖੀ, ਮੈਂ ਬੜੀ ਗਰੀਬਣੀ ਹਾਂ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਾਹਦਾ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਹਾਂ, ਤੁਹਾਡੇ ਸਾਰਿਆਂ ਦੀ ਬਾਂਦੀ ਰਹੂੰਗੀ ਉਮਰ ਭਰ। ਯਾਨੀ ਉਸਨੇ ਆਪਣੇ ਆਪ ਦੀ ਨਿਮਰਤਾ ਦਿਖਾਈ ਔਰ ਆਪਣੀ ਜੋ ਨਨਾਣ ਸੀ ਯਾਨੀ ਲੇਖਕ ਦੀ ਮਾਂ ਸੀ, ਇਸ ਨੂੰ ਵਡਿਆਇਆ ਔਰ ਆਪਣੀ ਚੁੰਨੀ ਇਸ ਦੇ ਪੈਰਾਂ ਵਿੱਚ ਸਤਿਕਾਰ ਦੇ ਤੌਰ ਤੇ ਰੱਖ ਦਿੱਤੀ। ਫਿਰ ਇੱਕ ਜ਼ਿਕਰ ਹੋਰ ਆਉਂਦਾ ਵੀ ਦੁਸ਼ਹਿਰੇ ਤੋਂ ਪਹਿਲਾਂ ਯਾਨੀ ਦੀਵਾਲੀ ਤੋਂ ਪਹਿਲਾਂ, ਦੀਵਾਲੀ ਦਿਨਾਂ 'ਚ ਬਹੁਤ ਸਜਾਵਟ ਕਰਦੇ, ਪਿੰਡਾਂ 'ਚ ਵੀ ਕਰਦੇ ਸੀ ਕਿਉਂਕਿ ਨਵਾਂ ਸਮਾਂ ਆਉਣ ਵਾਲਾ, ਇਸ ਕਰਕੇ ਦੁਸ਼ਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ, ਕਿਉਂ? ਕਿਉਂਕਿ ਮਾਂ ਉਸ ਦਾ ਕੇਂਦਰ ਸੀ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ, ਵੀ ਜਿਹੜੇ ਪਾਂਡੂ ਹੁੰਦਾ ਇੱਕ ਵਾਈਟ ਰੰਗ ਦੀ ਚੀਕਣੀ ਮਿੱਟੀ ਹੁੰਦੀ ਹੈ, ਜਦੋਂ ਪਿੰਡਾਂ ਵਿੱਚ ਗੋਹੇ ਨਾਲ ਸਾਰਾ ਲਿਪ ਦਿੱਤਾ ਜਾਂਦਾ, ਉਸ 'ਤੇ ਫਿਰ ਡਿਜ਼ਾਈਨ ਬਣਾਏ ਜਾਂਦੇ ਆ ਅਲੱਗ-ਅਲੱਗ ਤਰ੍ਹਾਂ ਦੇ। ਉਹ ਇੱਕ ਮਿੱਟੀ ਦੇ ਗੋਲ-ਗੋਲ ਜਿਹੇ ਗੋਲੇ ਹੁੰਦੇ ਆ, ਅਤੇ ਪਿੰਡਾਂ ਵਿੱਚੋਂ ਪਹਿਲੇ ਲੋਕ ਰੇੜਿਆਂ 'ਤੇ ਲੈ ਕੇ ਆਉਂਦੇ ਸੀ, ਉਹਨੂੰ ਫਿਰ ਭਾਂਡੇ ਵਿੱਚ ਘੋਲ ਕੇ ਨਾ, ਫਿਰ ਕੱਪੜੇ ਦਾ ਟੁਕੜਾ ਲੈ ਕੇ, ਉਹਨੂੰ ਪਰੋਲਾ ਕਹਿੰਦੇ, ਅਤੇ ਕੱਪੜੇ ਦਾ ਟੁਕੜਾ ਲੈ ਕੇ ਉਸਨੂੰ ਭਿਓ ਕੇ ਅਤੇ ਫਿਰ ਉਸਦੇ ਡਿਜ਼ਾਈਨ ਬਣਾਉਂਦੇ ਸੀ, ਕਿਉਂਕਿ ਉਸ ਸਮੇਂ ਬੁਰਸ਼ ਤਾਂ ਹੁੰਦੇ ਨਹੀਂ ਸੀ। ਅਤੇ ਲੋਕੀ ਇਸ ਤਰ੍ਹਾਂ ਡੰਡੀ ਅੱਗੇ ਕੱਪੜਾ ਬਣ ਕੇ, ਯਾਨੀ ਕੱਪੜੇ ਦੀ ਲੀਰ ਨੂੰ ਯਾਨੀ ਪਰੋਲੇ ਨੂੰ ਗਿੱਲਾ ਕਰਕੇ, ਅਤੇ ਉਹ ਫਿਰ ਉਸਦਾ ਡਿਜ਼ਾਈਨ ਬਣਾਉਂਦੇ ਸੀ ਸਫੇਦ ਰੰਗ ਨਾਲ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ, ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਪਰੇ ਕਰ ਰਿਹਾ ਹੁੰਦਾ, ਕੋਈ ਲਿਪਣ ਵਿੱਚ ਮਦਦ ਕਰ ਰਿਹਾ। ਲਿਪਣ ਦਾ ਮਤਲਬ ਹੈ ਵੀ ਗੋਹੇ ਦੀ ਢੇਰੀ ਲਾ ਕੇ ਉਸ ਵਿੱਚ ਮਿੱਟੀ ਪਾਉਂਦੇ ਸੀ, ਉਸੇ ਤੂੜੀ ਪਾਉਂਦੇ ਉਸ ਨੂੰ ਪੱਕਾ ਕਰਨ ਲਈ। ਇਸ ਤਰ੍ਹਾਂ ਉਹਦਾ ਘਾਣ ਬਣਾ ਕੇ ਨਾ, ਘਾਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਮਿੱਧ ਕੇ ਪੈਰਾਂ ਨਾਲ, ਫਿਰ ਥੋੜ੍ਹਾ ਥੋੜ੍ਹਾ ਮਿੱਟੀ ਲੈਂਦੇ ਸੀ, ਫਿਰ ਉਸਨੂੰ ਕੰਧ 'ਤੇ ਮਿੱਟੀ ਲਾ ਕੇ ਉਸ ਨੂੰ ਫਿਰ ਹੱਥ ਗਿੱਲੇ ਕਰਕੇ ਇਸ ਤਰ੍ਹਾਂ ਪੂਰੇ ਸੈਮੀ ਸਰਕਲ ਵਿੱਚ ਪੂਰੇ ਦੀਵਾਰ 'ਤੇ ਉਹਨੂੰ ਲਿਪਦੇ ਸੀ। ਇਸ ਤਰ੍ਹਾਂ ਬੜੀ ਸੁੰਦਰ ਖੁਸ਼ਬੂ ਆਉਂਦੀ ਸੀ ਗੋਹੇ ਵਿੱਚੋਂ, ਉਸ ਤੂੜੀ ਵਿੱਚੋਂ, ਅਤੇ ਘਰ ਪੂਰਾ ਸੁਗੰਧਿਤ ਹੋ ਜਾਂਦਾ ਸੀ ਸਿਰਫ ਗੋਹੇ ਦੇ ਲਿਪਣ ਕਰਕੇ। ਕੋਈ ਲਿਪਣ ਵਿੱਚ ਮਦਦਗਾਰ ਹੁੰਦਾ, ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਘਰਾਂ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ, ਕਿਉਂਕਿ ਨਵਾਂ ਸਮਾਂ ਆ ਰਿਹਾ ਹੁੰਦਾ ਸੀ ਨਾ, ਇਸ ਕਰਕੇ ਉਹਨਾਂ ਨੂੰ ਚਮਕਾਉਣ ਦੇ ਲਈ, ਲਿਸ਼ਕਾਉਣ ਲਈ ਉਹਨਾਂ ਸਿੰਗਾਂ ਉੱਤੇ ਤੇਲ ਲਾ ਕੇ ਲਿਸ਼ਕਾਉਂਦੇ ਸੀ। ਚਾਰੇ ਪਾਸੇ ਸੁਗੰਧੀਆਂ, ਸੁਗੰਧੀਆਂ ਕੋਈ ਸੈਂਟ ਵਾਲੀਆਂ ਸੁਗੰਧੀਆਂ ਨਹੀਂ, ਸੁਗੰਧੀਆਂ ਉਸ ਪੇਂਡੂ ਮਿੱਟੀ ਦੀਆਂ, ਉਸ ਗੋਹੇ ਦੀਆਂ, ਔਰ ਉਹ ਜਿਹੜਾ ਪੂਰਾ ਘਾਣ ਕਰਕੇ ਉਸ ਦਾ ਪੂਰਾ ਘਰਾਂ ਨੂੰ ਲੇਪਦੇ ਸੀ, ਉਹਦੀ ਬੜੀ ਸੁਗੰਧੀ ਹੁੰਦੀ ਸੀ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ ਸੀ। ਇਸ ਤਰ੍ਹਾਂ ਬੜਾ ਸਿੱਧਾ ਸਾਦਾ ਤਰੀਕਾ ਸੀ ਘਰਾਂ ਨੂੰ ਸ਼ਿੰਗਾਰਨ ਦਾ, ਬੜਾ ਦੇਸੀ ਤਰੀਕਾ ਸੀ। ਉਹਨਾਂ ਘਰਾਂ ਵਿੱਚ ਸਰਦੀਆਂ ਸਮੇਂ ਠੰਡ ਨਹੀਂ ਲੱਗਦੀ ਸੀ ਔਰ ਗਰਮੀਆਂ ਸਮੇਂ ਗਰਮੀ ਨਹੀਂ ਲੱਗਦੀ। ਇਤਨਾ ਸੁੰਦਰ ਘਰ ਹੁੰਦੇ ਸੀ ਕੱਚੇ ਘਰ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ, ਉੱਥੇ ਕਿਸਾਨ ਦੀ ਮਿਹਨਤ ਜਿਹੜੀ ਹੈ ਨਾ ਉਹ ਖੇਤਾਂ ਵਿੱਚ ਪਈ ਹੈ, ਫਿਰ ਬੱਦਲ ਆ ਜਾਂਦੇ ਕੁਦਰਤ ਵੱਲੋਂ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ ਹੁੰਦੀ। ਅਸੀਂ ਆਖਦੇ ਇਹ ਕਿਹੜਾ ਮੌਸਮ ਹੈ ਮੀਂਹ ਦਾ? ਬੇਬੇ ਆਖਦੀ ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ, ਮੇਰੇ ਵਿੱਚ ਤੇ ਸਾਉਣ ਵਿੱਚ ਕੋਈ ਫਰਕ ਨਹੀਂ, ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ, ਮੇਰੇ ਪਿੱਛੇ ਲੱਗ ਜੇਠ ਅਤੇ ਹਾੜ। ਜੇਠ ਅਤੇ ਹਾੜ ਦਾ ਮਤਲਬ ਗਰਮੀ ਦੇ ਮਹੀਨੇ, ਵੀ ਉਹ ਜੋ ਮਹੀਨੇ ਨੇ ਖੇ ਉਡਾਓ ਨੇ, ਜਦੋਂ ਹਵਾਵਾਂ ਚਲਦੀਆਂ ਨੇ ਅਤੇ ਪਿੰਡਾਂ ਵਿੱਚ ਰੇਤਾ ਉੱਡਦਾ, ਮਿੱਟੀ ਉੱਡਦੇ, ਸਾਰੇ ਪਾਸੇ ਖੇ ਹੀ ਖੇ ਹੋ ਜਾਂਦੀ ਹੈ। ਇਸ ਕਰਕੇ ਇਹ ਜੋ ਮਹੀਨਾ ਹੈ ਜਦੋਂ ਕਿ ਕਣਕਾਂ ਦੇ ਪੱਕਣ ਦਾ, ਕਣਕਾਂ ਦੇ ਵੱਢਣ ਦਾ ਸਮਾਂ ਹੋ ਜਾਂਦਾ ਹੈ, ਐਸੇ ਸਮੇਂ ਬੱਦਲ ਵੀ ਬੜੇ ਗੜਕਦੇ ਨੇ ਔਰ ਜੋ ਕਿਸਾਨਾਂ ਦੀ ਜੋ ਮਿਹਨਤ ਹੈ ਉਹ ਖੇਤਾਂ ਵਿੱਚ ਜਿਹੜੀ ਪਈ ਉਹ ਕਈ ਵਾਰ ਖਰਾਬ ਹੋ ਜਾਂਦੀ ਹੈ ਔਰ ਉਹਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਪਾਉਂਦਾ। ਸਾਉਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਸਦੇ ਦੋਸਤ ਭਾਦੋਂ ਅਤੇ ਅੱਸੂ
ਉਸੇ ਵਰਗੇ ਨੇ। ਇਹਦਾ ਮਤਲਬ ਹੈ ਵੀ ਉਹਦੇ ਸੁਭਾਅ ਵਰਗੇ। ਖੋਰੂ ਪਾਊ ਤਾਂ ਸਾਉਣ ਦੀ ਕਦਰ ਬਣੀ, ਵੀ ਉਹ ਖੋਰੂ ਪਾਉਣ ਵਾਲੇ ਹੈ, ਉਹ ਸ਼ੋਰ ਪਾਉਣ ਵਾਲੇ ਹੈ, ਇਸ ਕਰਕੇ ਸਾਉਣ ਦੇ ਮਹੀਨੇ ਦੀ ਕਦਰ ਹੈ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ। ਉਹ ਯਾਨੀ ਉਹਦੀ ਹਰ ਗੱਲ 'ਚ ਅਲੰਕਾਰ, ਹਰ ਗੱਲ 'ਚ ਜਿਹੜੀ ਸੀ ਨਾ ਉਹ ਕੋਈ ਨਾ ਕੋਈ ਇੰਟਰਸਟਿੰਗ, ਕੋਈ ਨਾ ਕੋਈ ਰੁਚਿਕਰ ਗੱਲ ਹੁੰਦੀ ਸੀ ਜਿਹੜੀ ਕਿ ਕਿਸੇ ਨਾ ਕਿਸੇ ਦ੍ਰਿਸ਼ ਵਿੱਚ ਬਣ ਕੇ ਪੇਸ਼ ਕਰਦੇ ਸੀ। ਇਸ ਕਰਕੇ ਕਹਿੰਦੇ ਆ ਵੀ ਮਾਂ ਦੇ ਮੂੰਹੋਂ ਉਪਮਾ ਅਲੰਕਾਰ ਫੁੱਟਦੇ ਸੀ। ਫਿਰ ਇੱਥੇ ਘਟਨਾ ਦਾ ਜ਼ਿਕਰ ਹੈ। ਇੱਕ ਵਾਰ ਮੈਂ ਤੇ ਬੇਬੇ ਦੋਵੇਂ ਬੱਸ 'ਚ ਬੈਠੇ ਕਿਧਰੇ ਜਾ ਰਹੇ ਸਾਂ ਤੇ ਦੋਹਾਂ ਨੂੰ ਅੱਡੋ ਅੱਡ ਯਾਨੀ ਅਲੱਗ-ਅਲੱਗ ਜਗ੍ਹਾ ਤੇ ਸੀਟ ਮਿਲੀ। ਥੋੜੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਹੀ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ, ਕਿਉਂਕਿ ਉੱਥੇ ਤਾਂ ਪਹਿਲੇ ਹੀ ਬੰਦੇ ਬੈਠੇ ਸੀ। ਪਰ ਬੇਬੇ ਨੂੰ ਉੱਥੇ ਮਜ਼ਾ ਨਹੀਂ ਆ ਰਿਹਾ, ਉੱਥੇ ਆਨੰਦ ਨਹੀਂ ਆਇਆ, ਕਿਉਂਕਿ ਉਹਦਾ ਬੱਚਾ ਉੱਥੇ ਬੈਠਾ ਸੀ ਨਾ, ਪੁੱਤਰ ਉੱਥੇ ਬੈਠਾ ਸੀ। ਇਸ ਕਰਕੇ ਥੋੜੀ ਜਿਹੀ ਜਗ੍ਹਾ ਤੇ ਤੰਗ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤੇ ਫਿਰ ਮਾਂ ਬੋਲੀ, ਉਹ ਸੀਟ ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵਾਲੇ ਪਾਸੇ ਯਾਨੀ ਖਿੜਕੀ ਵਾਲੇ ਪਾਸੇ, ਉਸ ਦਾ ਮੂੰਹ ਦੇਖ। ਕਹਿੰਦਾ ਭੁਜੀਆ ਖਾਣ ਵੇਲੇ ਮੂੰਹ ਖੁੱਲਦਾ ਹੈ ਤਾਂ ਲੱਗਦਾ ਜਿਵੇਂ ਟੈਚੀ ਕੇਸ ਖੁੱਲ ਗਿਆ, ਯਾਨੀ ਇੰਨਾ ਵੱਡਾ ਉਹਦਾ ਮੂੰਹ ਸੀ, ਐਡਾ ਬੇਡੋਲ ਮੂੰਹ ਸੀ ਵੀ ਉਹਨੂੰ ਦੇਖ ਕੇ ਹੱਸਣ ਲੱਗ ਪਈ। ਕਹਿੰਦੀ ਜਦੋਂ ਉਹ ਭੁਜੀਆ ਖਾਣ ਲਈ ਮੂੰਹ ਖੁੱਲਦਾ ਤੇ ਜਿੱਦਾਂ ਟੈਚੀ ਕੇਸ ਖੁੱਲ ਗਿਆ ਹੋਵੇ। ਭੁਜੀਆ ਖਾਈ ਜਾਂਦਾ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ, ਹੱਸੀ ਵੀ ਜਾਂਦਾ। ਹੁਣ ਉਹ ਮਾਂ ਉਸ ਬੰਦੇ ਦੇ ਜਿਹੜਾ ਖਿੜਕੀ ਦੇ ਕੋਲ ਬੈਠਾ ਹੈ ਨਾਲ ਭੁਜੀਆ ਖਾਈ ਜਾਂਦਾ, ਨਾਲ ਗੱਲਾਂ ਕਰੀ ਜਾਂਦਾ, ਨਾਲ ਹੱਸੀ ਜਾਂਦਾ, ਪਰ ਉਹਨੂੰ ਆਪਣੇ ਖਾਣ ਦੇ ਸਲੀਕੇ ਦੀ ਜਿਹੜੀ ਹੈ ਨਾ ਉਹ ਅਕਲ ਨਹੀਂ ਹੈ। ਇਸ ਕਰਕੇ ਕਹਿੰਦੀ ਹੈ ਵੀ ਭੁਜੀਆ ਉਹਦੇ ਮੂੰਹ ਵਿੱਚੋਂ ਇਉਂ ਕਿਰਦਾ ਇਹਨੇ ਡਿੱਗਦਾ ਹੈ ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਫਿਰ ਮਾਂ ਹੱਸਦੀ ਹੈ ਕਿ ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੈ, ਕਿਉਂਕਿ ਮੂੰਹ ਬਹੁਤ ਵੱਡਾ ਹੈ, ਬੜਾ ਬੇਡੋਲ ਜਿਹਾ, ਇਸ ਕਰਕੇ ਜੋ ਅੰਬ ਹੈ ਉਹ ਵੀ ਬੇਰ ਵਾਂਗੂ ਇਹਨੂੰ ਬੜਾ ਛੋਟਾ ਲੱਗਦਾ ਹੋਣਾ ਜਦੋਂ ਮੂੰਹ 'ਚ ਪਾਉਂਦਾ ਹੋਏਗਾ। ਸਾਬਤ ਗੁਠਲੀ ਸਣੇ ਮੈਥੋਂ ਹਾਸਾ ਨਾ ਰੁਕਿਆ, ਬੇਬੇ ਵਰਗਾ, ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਈ, ਯਾਨੀ ਉਹਦੇ ਮੂੰਹ ਇੱਦਾਂ ਦੇ ਅਲੰਕਾਰ ਫੁੱਟਦੇ ਸੀ, ਇੱਦਾਂ ਦੀਆਂ ਗੱਲਾਂ ਫੁੱਟਦੀਆਂ ਸੀ ਵੀ ਜਿੱਦਾਂ ਭਾਸ਼ਾ ਉਹਦੇ ਵੱਲੋਂ ਘੜੀ ਜਾਂਦੀ ਹੋਵੇ, ਉਹਦੀ ਟਕਸਾਲ, ਭਾਸ਼ਾ ਦੀ ਟਕਸਾਲ ਬੇਬੇ ਹੋਵੇ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਯਾਨੀ ਕੋਈ ਰਿਸਕੀ ਕੰਮ ਛੇੜਨ ਲੱਗੇ, ਕੋਈ ਜ਼ਿੰਮੇਵਾਰੀ ਵਾਲਾ ਕੰਮ ਛੇੜਨ ਲੱਗੇ, ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਮੱਖੀਆਂ ਡੰਗ ਮਾਰਦੀਆਂ, ਡੰਗ ਲੱਗਣ ਨਾਲ ਦਰਦ ਹੁੰਦਾ ਹੈ, ਇਸ ਡਰ ਕਰਕੇ ਕੋਈ ਬੰਦਾ ਸ਼ਹਿਦ ਖਾਣਾ ਥੋੜ੍ਹਾ ਛੱਡ ਦਿੰਦਾ ਹੈ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ? ਯਾਨੀ ਗਾਵਾਂ ਦੁੱਧ ਦੇਣ ਲੱਗਿਆਂ ਦੁਲੱਤੇ ਮਾਰਦੀਆਂ, ਪੈਰ ਮਾਰਦੀਆਂ ਕਿ ਅਸੀਂ ਦੁੱਧ ਕੱਢਣੋਂ ਹਟ ਜਾਂਦੇ ਹਾਂ? ਨਹੀਂ ਹਟਦੇ ਨਾ। ਕਦੇ ਕਿਹਾ ਹੈ ਕਿਸੇ ਨੇ ਕਿ ਐਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ? ਵੀ ਤੂੜੀ ਵਿੱਚੋਂ ਦਾਣੇ ਕੱਢਦੇ ਨੇ ਜਾਂ ਉਹਦੇ ਵਿੱਚੋਂ ਜਿਹੜੇ ਦਾਣੇ ਕੱਢ ਕੇ ਛਿਲੜਾਂ 'ਚੋਂ ਅਲੱਗ ਕਰਦੇ ਨੇ, ਕਿੰਨੇ ਸਾਰੇ ਹੁੰਦੇ ਆ। ਕੋਈ ਘਬਰਾਉਂਦਾ ਹੈ ਕਿ ਇਸ ਕੰਮ ਕਰਨ ਨੂੰ? ਕੋਈ ਸ਼ਹਿਦ ਕੱਢਦਿਆਂ ਮੱਖੀਆਂ ਦੇ ਡੰਗ ਤੋਂ ਨਹੀਂ ਘਬਰਾਉਂਦਾ, ਕੋਈ ਦੁੱਧ ਲੱਤ ਮਾਰਦੀਆਂ ਗਾਵਾਂ ਦੇ ਦੁੱਧ ਕੱਢਣ ਤੋਂ ਨਹੀਂ ਘਬਰਾਉਂਦਾ, ਤੇ ਕੋਈ ਤੂੜੀ ਵਿੱਚੋਂ ਦਾਣੇ ਕੱਢਦੇ ਨਹੀਂ ਘਬਰਾਉਂਦਾ। ਫਿਰ ਅਸੀਂ ਕਿਉਂ ਘਬਰਾਈਏ? ਖੇਤ ਇਸ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਲੀ ਬੜੀ ਹੈ, ਖੇਤ ਇਸ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਲੀ ਬੜੀ ਹੈ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਹੀਆਂ ਤੋੜ ਕੇ ਤਿਆਰ ਕੀਤੀ ਹੋਈ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਅਸਾਂ। ਯਾਨੀ ਜਿਹੜਾ ਕਿਲੇ ਦੀ ਕੰਧ ਕਿੰਨੀ ਪੱਕੀ ਹੁੰਦੀ ਹੈ, ਕਿੰਨੇ ਪੱਥਰ ਕਿੰਨੇ ਪੱਕੇ ਹੁੰਦੇ ਆ, ਐਦਾਂ ਦੀ ਜ਼ਮੀਨ ਸੀ ਸਾਡੀ, ਜਿਸ ਦੇ ਵੱਟੇ ਤੋੜ ਕੇ ਉਹਨੂੰ ਸੌਫਟ ਕਰਕੇ ਅਸੀਂ ਇਹ ਖੇਤ ਬਣਾਏ ਨੇ, ਤੇ ਅਸੀਂ ਖੇਤਾਂ ਦੇ ਕਿਆ ਜਾਣਾ ਛੱਡ ਦਿਆਂਗੇ? ਇਸ ਤਰ੍ਹਾਂ ਬੜੇ ਚੰਗੇ ਚੰਗੇ ਸ਼ਬਦ ਚੁਣ ਕੇ, ਚੰਗੇ ਚੰਗੇ ਵਾਕ ਚੁਣ ਕੇ ਜਿਹੜੀ ਬੇਬੇ ਹੈ ਆਪਣੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਦੀ ਹੈ। ਤੁਸੀਂ ਮਾੜੇ ਕੋ ਖਤਰੇ ਤੋਂ ਘਬਰਾ ਗਏ? ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ ਕਿ ਇੰਨਾ ਹੌਸਲਾ ਦੇ ਕਿ ਪਿਆਸ ਲੱਗੀ ਫਿਰ ਕੀ ਅਜੇ ਪਾਣੀ ਨਹੀਂ, ਖੂਹ ਪੁੱਟੋ ਤੇ ਪਾਣੀ ਪੀਓ। ਇਹਦਾ ਮਤਲਬ ਖੂਹ ਪੁੱਟਣਾ ਕਿੰਨਾ ਟਾਈਮ ਲੱਗਦਾ ਔਰ ਬੰਦੇ ਨੂੰ ਪਿਆਸ ਲੱਗੇ ਖੂਹ ਥੋੜ੍ਹਾ ਪੁੱਟਿਆ ਜਾਂਦਾ। ਇਸ ਕਰਕੇ ਉਹ ਇਸ ਤਰ੍ਹਾਂ ਦਾ ਉਦਾਹਰਨ ਦਿੰਦੀ ਹੈ ਵੀ ਸਾਡੇ ਸਮੇਂ ਵਿੱਚ ਪਿਆਸ ਲੱਗਦੀ ਸੀ ਤੇ ਪਾਣੀ ਨਹੀਂ ਲੱਭਦੇ ਸੀ, ਸਗੋਂ ਖੂਹ ਪੁੱਟ ਕੇ ਪਾਣੀ ਪੀਣ ਨੂੰ ਤਿਆਰ ਹੁੰਦੇ ਸੀ। ਯਾਨੀ ਹਿੰਮਤੀ ਲੋਕ ਸੀਗੇ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਜੇ ਰੱਬ ਦਾ ਸਾਥ ਹੈ ਫਿਰ ਕੋਈ ਕੰਮ ਔਖਾ ਨਹੀਂ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਇਸ ਤਰ੍ਹਾਂ ਇੱਦਾਂ ਦੀਆਂ ਗੱਲਾਂ ਕਰਕੇ ਉਹ ਢੈਂਦੀ ਕਲਾ ਵੱਲ ਜਾਂਦੇ ਬੱਚਿਆਂ ਨੂੰ ਹੌਸਲਾ ਦੇ ਕੇ ਚੰਗੇ ਕੰਮਾਂ, ਵੱਡੇ ਕੰਮਾਂ, ਜੋਖਿਮ ਭਰੇ ਕੰਮਾਂ ਵੱਲ ਪ੍ਰੇਰ ਲੈਂਦੀ ਸੀ। ਬੇਬੇ ਨੂੰ ਜੇ ਪਤਾ ਹੁੰਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ, ਇਹਨੀ ਮਾਰਿਆ ਕੁੱਟਿਆ, ਤਾਂ ਉਲਾਂਭਾ ਦੇਣ ਉਸੇ ਘਰ ਜਾਂਦੀ। ਉਹਦੇ ਕੋਲ ਕਿਉਂਕਿ ਲਿਖਿਆ ਨਾ ਵੀ ਭਾਸ਼ਾ ਦੀ ਟਕਸਾਲ ਸੀ, ਉਹਦੇ ਬੋਲਾਂ ਦਾ ਇੰਨਾ ਪ੍ਰਭਾਵ ਸੀ। ਆਖਦੀ ਵੇ ਧਰਤੀ ਨੂੰ ਕੁੱਟ ਲਿਆ ਜਾਂ ਜਨਾਨੀ ਨੂੰ ਕੁੱਟ ਲਿਆ? ਇੰਨੀ ਧਰਤੀ ਨੂੰ ਜਿੰਨਾ ਮਰਜ਼ੀ ਮਾਰ ਲਓ ਕਿ ਜਵਾਬ ਥੋੜ੍ਹਾ ਦਿੰਦੀ ਹੈ। ਇਹ ਸਾਊ ਜਨਾਨੀ ਹੈ, ਤੇ ਇਹਨੂੰ ਕੁੱਟ ਲਿਆ, ਤੇ ਧਰਤੀ ਨੂੰ ਕੁੱਟ ਲਿਆ, ਜਨਾਨੀ ਨੂੰ ਕੁੱਟ ਲਿਆ, ਕੋਈ ਫਰਕ ਨਹੀਂ ਹੈ। ਇਸੇ 'ਚ ਕਾਹਦੀ ਸੂਰਮਗਤੀ ਹੈ? ਵੀ ਤੂੰ ਕੋਈ ਬਹਾਦਰੀ ਦਾ ਕੰਮ ਥੋੜ੍ਹਾ ਕੀਤਾ ਵੀ ਜਨਾਨੀ ਨੂੰ ਕੁੱਟ ਲਿਆ। ਜਨਾਨੀ ਤੇਰੇ ਅੱਗੇ ਬੋਲਣਾ ਥੋੜ੍ਹਾ ਸੀ। ਕੋਈ ਹੈ ਸ਼ਰਮ ਹੈ? ਤੈਨੂੰ ਡੋਬ ਦੇਗਾ ਇਸ ਗਊ ਦਾ ਹੋਕਾ, ਵੀ ਜੇ ਤੈਨੂੰ ਹੋਕਾ ਹੀ ਨਹੀਂ ਹਾਏ ਕੱਢੇਗੀ ਤੇ ਤੈਨੂੰ ਡੋਬ ਦੇਗੀ, ਤੇਰਾ ਨੁਕਸਾਨ ਹੋ ਜਾਏਗਾ। ਰੋਟੀ ਪੱਕਦੀ ਬੁਰੀ ਲੱਗਦੀ ਹੈ ਤੈਨੂੰ? ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਯਾਨੀ ਉਸ ਮਾਂ ਦੇ ਬੋਲ
ਭਾਸ਼ਾ ਦੀ ਟਕਸਾਲ ਤੋਂ ਇਦਾਂ ਦੇ ਬੋਲ ਸੀ ਵੀ ਇੰਨੇ ਪ੍ਰਭਾਵਸ਼ਾਲੀ ਬੋਲ ਸੀ ਵੀ ਬੰਦੇ ਖੜੇ ਖੜੇ ਸੁੰਨ ਹੋ ਜਾਂਦੇ ਸੀ ਤੇ ਪਛਤਾਉਂਦੇ ਸੀ। ਇੱਕ ਵਾਰ ਪਿੰਡ ਕਿਸੇ ਕੰਮ ਕਿਸੇ ਦੇ ਘਰ ਗਈ, ਬੇਬੇ ਆ ਕੇ ਕਹਿਣ ਲੱਗੀ ਬੜਾ ਵੱਡਾ ਟੱਬਰ ਹੈ ਉਹਦਾ। ਮੈਂ ਪੁੱਛਿਆ ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ ਟੱਬਰ ਦੇ ਕੀ ਕਰਨਾ ਸੀ, ਕਰਤਾਰ ਕੌਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ। ਤੁਸੀਂ ਪਰਾਤ ਵਿੱਚ ਆਟਾ ਗੁੰਨਿਆ ਜਦੋਂ ਦੇਖਿਆ ਨਾ, ਇੱਦਾਂ ਉਹਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ, ਅਤੇ ਇੰਨਾ ਸਾਰਾ ਆਟਾ ਵੱਡੀ ਪਰਾਤ 'ਚ ਗੁੰਨਿਆ ਸੀ ਜਿੱਦਾਂ ਭੇਡ ਮਾਰ ਕੇ ਲਟਾਈ ਹੁੰਦੀ ਹੈ। ਨਹੀਂ ਇੰਨਾ ਸਾਰਾ ਆਟਾ ਗੁੰਦੀ ਹੈ, ਇਹਦਾ ਮਤਲਬ ਘਰ ਦੇ ਜੀ, ਘਰ ਦਾ ਕੁਣਬਾ ਬਹੁਤ ਵੱਡਾ ਹੈ। ਮੈਨੂੰ ਖੂਬ ਹਾਸਾ ਹੈ ਕਿਉਂਕਿ ਮਾਤਾ ਦੇ, ਕਿਉਂਕਿ ਬੇਬੇ ਦੇ ਸ਼ਬਦਾਂ ਦੀ ਜੋ ਬਣਤਰ ਸੀ ਨਾ, ਜੋ ਕਹਿਣ ਦਾ ਢੰਗ ਸੀ, ਦਾ ਭੁਜੀਆ ਵਾਲੇ ਬੰਦੇ ਦੀ ਗੱਲ ਕੀਤੀ, ਜਿੱਦਾਂ ਇੱਥੇ ਜਿਹੜਾ ਆਪਣੀ ਜਨਾਨੀ ਨੂੰ ਕੁੱਟਦਾ ਉਸ ਬਾਰੇ ਗੱਲ ਕੀਤੀ, ਜਾਂ ਜਿਹੜੀਆਂ ਗੱਲਾਂ ਉਹ ਕਿਸੇ ਢਹਿੰਦੀ ਕਲਾ ਵਾਲੇ ਬੱਚਿਆਂ ਨੂੰ ਸਮਝਾਉਂਦੀ, ਉਸ ਵਿੱਚ ਭਾਸ਼ਾ ਦੀ ਚੋਣ ਇਤਨੀ ਸਵਾਦਲੀ ਹੈ ਕਿ ਸੁਣਨ ਵਾਲਾ ਆਪਣੇ ਵਿਚਾਰ ਹੀ ਜਿਹੜਾ ਉਹ ਬਦਲ ਦਿੰਦਾ। ਹੁਣ ਬਾਅਦ ਦੇ ਸਮੇਂ ਦੀ ਗੱਲ ਕਰਦਾ, ਸੁਨੇਹਾ ਮਿਲਿਆ ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਡਿਊਟੀ ਦੇ ਕੰਮਕਾਜ ਬਹੁਤ ਨੇ, ਤੁਹਾਡੇ ਕੋਲ ਰੌਣਕ ਤਾਂ ਲੱਗੀ ਰਹਿੰਦੀ ਕਿਉਂਕਿ ਛੋਟੇ ਬਾਲ ਬੱਚੇ ਬੜੇ ਸਾਰੇ ਹੋ ਗਏ ਨੇ, ਪਰਿਵਾਰ ਵੱਡਾ ਹੋ ਗਿਆ। ਬੇਬੇ ਨੇ ਕਿਹਾ ਇਹ ਰੌਣਕਾਂ ਮੈਂ ਕੀ ਕਰਨੀ ਹੈ, ਕਿਉਂਕਿ ਬੇਬੇ ਨੂੰ ਆਪਣੇ ਬੱਚਿਆਂ 'ਚ ਮੋਹ ਹੈ, ਆਪਣੇ ਪੁੱਤਰਾਂ 'ਚ ਮੋਹ ਹੈ, ਇਸ ਕਰਕੇ ਉਹ ਭਾਵੇਂ ਉਸਦੇ ਘਰ 'ਚ ਬੜੀ ਰੌਣਕ ਹੈ, ਬੜੇ ਸਾਰੇ ਬੱਚੇ ਨੇ, ਪਰੰਤੂ ਉਹਦਾ ਜੋ ਮੋਹ ਹੈ ਨਾ ਉਹ ਲੇਖਕ ਨਾਲ ਹੈ, ਇਸ ਕਰਕੇ ਕਹਿੰਦੀ ਹੈ ਇਹ ਰੌਣਕਾਂ ਮੈਂ ਕੀ ਕਰਨੀਆਂ ਨੇ, ਭਾਵੇਂ ਘਰ 'ਚ ਬਹੁਤ ਬੱਚੇ ਨੇ। ਬੇਬੇ ਨੇ ਕਿਹਾ ਰੌਣਕਾਂ ਮੈਂ ਕੀ ਕਰਨੀਆਂ ਨੇ, ਮੈਂ ਉਹ ਜਿੰਦਰਾ ਹਾਂ, ਮੈਂ ਉਹ ਤਾਲਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ। ਯਾਨੀ ਉਹ ਜੋ ਤਾਲਾ ਹੈ ਕਿਸੇ ਵੱਡੇ ਖਾਨਦਾਨ, ਯਾਨੀ ਬਹੁਤ ਵੱਡਾ ਵਿਹੜਾ, ਬਹੁਤ ਵੱਡਾ ਕੁਣਬਾ, ਬਹੁਤ ਵੱਡਾ ਉਸਦਾ ਬੇਬੇ ਦੇ ਆਰ ਪਰਿਵਾਰ ਹੈ, ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਨੇ, ਜੋ ਮੇਰੇ ਬੱਚੇ ਨੇ ਨਾ, ਮੇਰੇ ਧੀਆਂ ਪੁੱਤਰ ਨੇ, ਉਹ ਇਸ ਵੱਡੇ ਤਾਲੇ ਦੀਆਂ ਕੁੰਜੀਆਂ ਨੇ, ਯਾਨੀ ਉਹ ਚਾਬੀਆਂ ਨੇ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ ਖੁੱਲ੍ਹਦਾ। ਯਾਨੀ ਘਰ 'ਚ ਬਹੁਤ ਆਰ ਪਰਿਵਾਰ ਹੈ, ਪਰੰਤੂ ਜਦੋਂ ਬੱਚੇ ਵੱਡੇ ਹੋ ਗਏ ਨੇ, ਬਾਹਰ ਚਲੇ ਗਏ ਨੇ, ਜਦੋਂ ਉਹ ਆਪਣੇ ਘਰ ਆਪਣੇ ਬੇਬੇ ਨੂੰ ਮਿਲਣ ਆਉਂਦੇ ਨੇ, ਤਾਂ ਭਾਵੇਂ ਆਰ ਪਰਿਵਾਰ 'ਚ ਬਹੁਤ ਜ਼ਿਆਦਾ ਬੱਚੇ ਨੇ, ਬਹੁਤ ਰੌਣਕਾਂ ਨੇ, ਪਰ ਉਹ ਜੋ ਰੌਣਕ ਆਪਣੇ ਧੀਆਂ ਪੁੱਤਰਾਂ ਨੂੰ ਮਿਲ ਕੇ ਬੇਬੇ ਨੂੰ ਮਹਿਸੂਸ ਹੁੰਦੀ ਹੈ ਨਾ, ਜੋ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਕਹਿੰਦੀ ਹੈ ਕਿ ਮੈਂ ਜਿੰਦਰੇ ਵਰਗੀਆਂ ਬਹੁਤ ਵੱਡੇ ਕਿਲੇ ਨੂੰ ਜਿਹੜਾ ਜਿੰਦਰਾ ਲੱਗਾ ਉਹਦੀਆਂ ਚਾਬੀਆਂ ਸਿਰਫ ਤੁਸੀਂ ਹੋ, ਤੁਸੀਂ ਆਉਂਦੇ ਹੋ ਤਾਂ ਖੁਸ਼ੀਆਂ ਦੇ ਜਿੰਦਰੇ ਖੁੱਲ੍ਹਦੇ ਆ, ਨਹੀਂ ਤਾਂ ਮੈਨੂੰ ਉਹਨਾਂ ਆਨੰਦ ਨਹੀਂ ਆਉਂਦਾ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇ ਹਾਂ। ਥੇ ਉਹਨੂੰ ਕਹਿੰਦੇ ਜਦੋਂ ਕੋਈ ਪਿੰਡ ਢਹਿ ਢੇਰੀ ਹੋ ਜਾਂਦਾ ਸੀ, ਜਦੋਂ ਪਿੰਡ ਜਿਹੜਾ ਨਾਸ ਹੋ ਜਾਂਦਾ ਸੀ, ਫਿਰ ਉਸ 'ਤੇ ਹੌਲੀ ਹੌਲੀ ਮਿੱਟੀ ਜੰਮਦੀ ਸੀ, ਧੂੜ ਮਿੱਟੀ ਉੜੇ, ਹਨੇਰੀਆਂ ਚੱਲਦੀਆਂ ਸੀ, ਅਤੇ ਮਕਾਨ ਬਣੇ ਬਣਾਏ, ਵਿਹੜੇ ਬਣੇ ਬਣਾਏ, ਉਹ ਸਭ ਮਿੱਟੀ 'ਚ ਦੱਬ ਜਾਂਦੇ ਸੀ, ਜਾਂ ਕਿਸੇ ਬਿਮਾਰੀ ਕਰਕੇ ਜਦੋਂ ਪਿੰਡ ਦੇ ਲੋਕ ਦੌੜ ਜਾਂਦੇ ਸੀ, ਛੱਡ ਜਾਂਦੇ ਸੀ, ਤਾਂ ਉਹ ਜਿਹੜੇ ਪਿੰਡ ਸੀ ਉਹ ਮਿੱਟੀ ਭਰ ਕੇ ਮਿੱਟੀ ਦਾ ਬਹੁਤ ਵੱਡਾ ਢੇਰ, ਯਾਨੀ ਥੇ ਬਣ ਜਾਂਦਾ ਸੀ। ਜਦੋਂ ਫਿਰ ਨਵੇਂ ਲੋਕ ਉਸ ਨੂੰ ਵਸਾਉਂਦੇ ਸੀ ਕਈ ਸਾਲਾਂ ਬਾਅਦ ਆ ਕੇ, ਉਸ ਥੇ ਦੀ ਜਦੋਂ ਪੁਟਾਈ ਕਰਦੇ ਸੀ, ਖੁਦਾਈ ਕਰਦੇ ਸੀ, ਉਸਨੂੰ ਪੁੱਟਦੇ ਸੀ ਤਾਂ ਉਹਦੇ ਵਿੱਚੋਂ ਪੁਰਾਣੀਆਂ ਯਾਦਾਂ ਨਿਕਲਦੀਆਂ ਸੀ। ਤੇ ਕਹਿੰਦੀ ਮੈਂ ਉਹੀ ਪੁਰਾਣਾ ਥੇ ਹਾਂ, ਜਦੋਂ ਤੁਸੀਂ ਇਸ ਨੂੰ ਫੁੱਲੋਗੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇ ਹਾਂ। ਥੇ ਦਾ ਮਤਲਬ ਦੱਸਿਆ ਹੋਣੀ। ਇਸ ਨੂੰ ਫਰੋਲੇਗਾ ਤਾਂ ਕਈ ਕੁਝ ਮਿਲੇਗਾ, ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ, ਕੋਈ ਗਹਿਣਾ ਲੱਭ ਸਕਦਾ। ਇਹਦਾ ਮਤਲਬ ਹੁਣ ਉਸ ਕੋਲ ਪੁਰਾਤਨ ਯਾਦਾਂ ਹੀ ਬਾਕੀ ਨੇ, ਔਰ ਜੋ ਯਾਦਾਂ ਨੇ ਉਹ ਕੋਈ ਸਿੱਕੇ, ਕੋਈ ਗਹਿਣੇ ਵਰਗੇ, ਕੋਈ ਠੀਕਰੇ ਵਰਗੇ, ਕੋਈ ਹੱਡੀਆਂ ਵਰਗੀ, ਯਾਨੀ ਕੋਈ ਸਾਰਥਕ ਹੈ, ਕੋਈ ਨਿਰਾਰਥਕ ਹੈ। ਇਸ ਤਰ੍ਹਾਂ ਉਹ ਆਪਣੇ ਜੀਵਨ ਬਾਰੇ ਝਲਕ ਦਿਖਾਉਂਦੀ ਆਪਣੇ ਪੁੱਤਰ ਨੂੰ। ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੇ, ਜੋ ਹੁਣ ਥੇ ਹੋ ਗਿਆ। ਹੁਣ ਬਹੁਤ ਪਰਿਵਾਰ ਸੀ ਬੇਬੇ ਦਾ, ਪਰਿਵਾਰ ਦੇ ਧੀਆਂ ਪੁੱਤਰ ਵੱਡੇ ਹੋ ਗਏ, ਨੌਕਰੀਆਂ 'ਤੇ ਚਲੇ ਗਏ, ਦੂਰ ਵਿਆਹੇ ਗਏ। ਇਸ ਤਰ੍ਹਾਂ ਉਹ ਜੋ ਬੜਾ ਸੋਹਣਾ ਵਸਦਾ ਰਸਦਾ ਘਰ ਸੀ, ਭਾਵੇਂ ਰੌਣਕ ਬਹੁਤ ਹੈ, ਪਰੰਤੂ ਉਹ ਜੋ ਸਾਰਾ ਕੰਪਲੀਟ ਕੁਣਬਾ ਸੀ ਉਹ ਹੁਣ ਉੱਥੇ ਨਹੀਂ ਹੈ। ਕਹਿੰਦੀ ਵੀ ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੇ, ਯਾਨੀ ਇੱਥੇ ਇੰਨੀਆਂ ਰੌਣਕਾਂ ਸੀ ਜਿਹਦਾ ਪੂਰਾ ਦੇਸ਼ ਵਸਦਾ। ਉਹ ਆਪਣੇ ਨੂੰ ਰਾਜਧਾਨੀ ਕਹਿੰਦੀ ਹੈ ਨਾ, ਜੋ ਹੁਣ ਥੇ ਹੋ ਗਿਆ। ਥੇ ਦਾ ਮਤਲਬ ਢਹਿ ਢੇਰੀ ਹੋ ਗਿਆ। ਕਦੀ ਕਦਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰੋ। ਯਾਨੀ ਆਪਣੇ ਬਾਰੇ ਕਹਿੰਦੇ ਮਿੱਟੀ ਦਾ ਥੇ ਹਾਂ, ਇੱਕ ਬਹੁਤ ਵਸਦਾ, ਜਦੋਂ ਉਹ ਜਵਾਨ ਸੀ, ਜਦੋਂ ਉਹ ਸਮਰਥ ਸੀ, ਉਦੋਂ ਉਹਦੇ ਕੋਲ ਬਹੁਤ ਕੁਝ ਸੀ, ਪਰੰਤੂ ਹੁਣ ਉਹ ਬੁੱਢੀ ਹੋ ਗਈ ਹੈ, ਬਜ਼ੁਰਗ ਹੋ ਗਈ ਹੈ। ਇਸ ਕਰਕੇ ਕਹਿੰਦੇ ਵੀ ਇਸ ਥੇ ਨੂੰ, ਯਾਨੀ ਮੇਰੇ ਜੀਵਨ ਨੂੰ ਥੋੜ੍ਹਾ ਫਰੋਲ ਫਲਾ ਜਾਇਆ ਕਰੋ, ਮੇਰੇ ਖੁਸ਼ੀਆਂ ਵਾਪਸ ਕਰ ਜਾਇਆ ਕਰੋ, ਕਦੇ ਕਦਾਈ ਇਸ 'ਤੇ ਚੱਕਰ ਲਾ ਜਾਇਆ ਕਰੋ। ਬੇਬੇ ਇੱਕ ਦਿਨ ਕਹਿਣ ਲੱਗੀ ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ। ਇੱਥੇ ਗੱਲ ਹੈ ਵੀ 91 ਯਾਨੀ 91 ਸਾਲ ਦੀ ਬੇਬੇ ਹੋ ਗਈ ਹੈ, ਪਰੰਤੂ ਅਜੇ ਵੀ ਜਿਸ ਪਿੰਡ ਉਹ 16 ਸਾਲ ਦੀ ਵਿਆਹੀ ਹੋਈ ਆਈ ਸੀ, ਅਜੇ ਵੀ ਉਸ ਪਿੰਡ ਨੂੰ ਆਪਣਾ ਨਹੀਂ ਕਹਿੰਦੀ, ਆਪਣਾ ਉਸਦਾ ਪੇਕਾ ਘਰ ਹੀ ਹੈ। ਇੱਥੇ ਇਸ ਕਰਕੇ ਆਪਣੇ ਮੁੰਡੇ ਨੂੰ ਕਹਿੰਦੀ ਹੈ ਵੀ ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ, ਮੋਰਾਂ ਨੂੰ ਮਾਰ ਕੇ ਖਾ ਜਾਂਦੇ ਨੇ, ਮੁਰਗਾਬੀਆਂ ਤੱਕ ਕੀ ਕੁੰਜਾਂ ਨੂੰ ਵੀ ਨਹੀਂ ਛੱਡਦੇ। ਕੁੰਜਾਂ ਕਿਤਨੀ ਦੂਰੋਂ, ਕਈ ਠੰਡੇ ਦੇਸ਼ਾਂ ਤੋਂ ਚੱਲ ਕੇ, ਸਾਈਬੇਰੀਆ, ਰਸ਼ੀਆ ਵਰਗੇ ਏਰੀਆ ਤੋਂ ਚੱਲ ਕੇ ਆਪਣੇ ਬੱਚੇ ਛੱਡ ਕੇ ਇੱਧਰ ਆਉਂਦੀਆਂ ਨੇ, ਔਰ ਲੋਕ ਉਹਨਾਂ ਦਾ ਬੜਾ ਸਤਿਕਾਰ ਕਰਦੇ ਨੇ, ਗੁਰਬਾਣੀ ਬੜਾ ਸਤਿਕਾਰ ਕਰਦੀ ਹੈ, ਔਰ ਉਹ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਆਈਆਂ ਨੇ, ਲੋਕ ਉਹਨਾਂ ਦਾ ਵੀ ਲਿਹਾਜ਼ ਨਹੀਂ ਕਰਦੇ।
ਮੁਰਗਾਬੀਆਂ ਤੱਕ ਹੀ ਕੂੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਂਕੋਂ ਕਹਿ ਦੇਵੇ ਤਾਂ ਦੜਾਂ ਗੋਲੀ ਮਾਰ ਦੇਣ ਉਹਨੂੰ। ਇਹਦਾ ਮਤਲਬ ਹੈ ਵੀ ਪਿੰਡ ਦੇ ਲੋਕ ਮੋਰਾਂ ਨੂੰ ਮਾਰਨ ਦੇ ਇੰਨੇ ਸ਼ੌਕੀਨ ਨੇ, ਝੱਲੇ ਹੋਏ ਪਏ ਨੇ ਵੀ ਕੋਈ ਮੋਰ ਵਰਗੀ ਕਿਆਂਕੋਂ ਵਰਗੀ ਆਵਾਜ਼ ਵੀ ਕਹਿ ਦੇ ਨਾ ਤੇ ਲੋਕੀ ਉਹਨੂੰ ਗੋਲੀ ਮਾਰ ਦਿੰਦੇ। ਇਹਦਾ ਮਤਲਬ ਲੋਕੀ ਉਹਨੂੰ ਸੋਚਦੇ ਨਹੀਂ, ਬਸ ਆਪਣੇ ਆਹਾਰ ਪਿੱਛੇ ਲੱਗੇ ਨੇ। ਉਹ ਮੋਰਾਂ ਨੂੰ, ਮੁਰਗਾਬੀਆਂ ਨੂੰ, ਕੂੰਜਾਂ ਨੂੰ ਮਾਰ ਕੇ ਖਾ ਜਾਂਦੇ ਨੇ। ਕਿੰਨੇ ਪਾਪੀ ਹੋ ਗਏ ਨੇ। ਗਿਰਜਾਂ ਤਾਂ ਰਹੀਆਂ ਨਹੀਂ ਹੁਣ। ਗਿਰਜਾਂ ਮੁਰਦੇ ਖਾਂਦੀਆਂ ਸੀ, ਸ਼ਿਕਾਰ ਕਰਕੇ ਖਾਂਦੀਆਂ ਸੀ, ਪਰ ਇਹ ਜੋ ਬੰਦੇ ਨੇ ਗਿਰਜਾਂ ਵਰਗੇ, ਇੱਥੇ ਬਹੁਤ ਵੱਡਾ ਵਿਅੰਗ ਛੁਪਿਆ ਵੀ ਗਿਰਜਾਂ ਤਾਂ ਰਹੀਆਂ ਨਹੀਂ ਹੁਣ। ਇਹ ਹੱਡਾ ਰੋੜੀ ਉੱਤੇ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਣੇ। ਹੁਣ ਹੱਡਾ ਰੋੜੀ ਕੀ ਹੁੰਦੀ ਹੈ ਵੀ ਜਦੋਂ ਪਿੰਡਾਂ ਦੇ ਜਾਨਵਰ ਮਰਦੇ ਹੈ ਤੇ ਜੋ ਉਹਨਾਂ ਦਾ ਚਮੜਾ ਲਾਉਣ ਵਾਲੇ ਇੱਕ ਖਾਸ ਜਾਤ ਦੇ ਜਿਹੜੇ ਲੋਕ ਹੁੰਦੇ ਨੇ, ਉਹ ਉਹਨਾਂ ਜਾਨਵਰਾਂ, ਮਰੇ ਜਾਨਵਰਾਂ ਨੂੰ ਲੈ ਕੇ ਤੇ ਉਹਨਾਂ ਦੇ ਖੱਲ ਲਾ ਕੇ ਬਾਕੀ ਜੋ ਸਮਾਨ ਬਚਦਾ ਹੈ, ਜੋ ਬਾਕੀ ਜੋ ਵੀ ਵੇਸਟ ਬਚਦਾ, ਉਸ ਨੂੰ ਇੱਕ ਬਹੁਤ ਦੂਰ ਕਿਨਾਰੇ ਰੇਲ ਗੱਡੀਆਂ ਦੇ ਉੱਧਰ, ਰੇਲਵੇ ਲਾਈਨਾਂ ਦੇ ਉੱਧਰ, ਯਾਨੀ ਜਿੱਥੇ ਕੋਈ ਜਾਂਦਾ ਨਹੀਂ, ਉੱਥੇ ਉਸਦਾ ਢੇਰ ਹੈ, ਉਹਨੂੰ ਹੱਡਾ ਰੋੜੀ ਕਹਿੰਦੇ। ਉੱਥੇ ਜਿਹੜੇ ਹੱਡ ਹੈ ਉਹ ਸੁੱਕ ਕੇ ਮਾਸ ਲੈ ਕੇ ਗਲ ਕੇ ਬਦਬੂ ਛੱਡ ਕੇ ਉਹ ਖਤਮ ਹੋ ਜਾਂਦਾ। ਫਿਰ ਉਹਨਾਂ ਹੱਡੀਆਂ ਨੂੰ ਫਿਰ ਹੋਰ ਕੰਮਾਂ 'ਚ ਲੈ ਕੇ ਆਉਂਦੇ ਆ, ਉਸ ਢੇਰ ਨੂੰ ਹੱਡਾ ਰੋੜੀ ਕਹਿੰਦੇ ਆ। ਵੀ ਇਹ ਇੰਨੇ ਮਾਸ ਖਾਣੇ ਹੋ ਗਏ ਹੈ ਬਈ ਇਹ ਮੋਰਾਂ ਨੂੰ ਵੀ ਖਾ ਜਾਂਦੇ, ਮੁਰਗਾਬੀਆਂ ਨੂੰ ਵੀ ਖਾ ਜਾਂਦੇ, ਕੂੰਜਾਂ ਨੂੰ ਵੀ ਖਾ ਜਾਂਦੇ ਹੈ। ਗਿਰਜਾਂ ਤੋਂ ਵੱਧ ਨੇ ਹੈ। ਕਹਿੰਦੇ ਗਿਰਜਾਂ ਨਹੀਂ, ਜੋ ਗਿੱਧਾਂ ਜਿਹੜੀਆਂ ਹੈ ਉਹ ਤਾਂ ਰਹੀਆਂ ਨਹੀਂ ਵਲਚਰਸ, ਇਹ ਵਲਚਰਸ ਵਰਗੇ ਨੇ। ਇਸ ਕਰਕੇ ਇਹ ਹੱਡਾ ਰੋੜੀ 'ਤੇ ਕਿਉਂ ਨਹੀਂ ਜਾ ਕੇ ਬੈਠਦੇ? ਕਿਉਂਕਿ ਜਿਹੜੇ ਗਿਰਜਾਂ ਨੇ ਉਹ ਆਪਣੇ ਮਾਸ ਦੇ ਆਹਾਰ ਲਈ, ਉਹ ਭੋਜਨ ਲਈ ਉਹਨਾਂ ਹੱਡਾ ਰੋੜੀਆਂ 'ਤੇ ਜਾ ਕੇ ਬੈਠਦੀਆਂ ਨੇ। ਅਤੇ ਇਹ ਵੀ ਉਸ ਤਰ੍ਹਾਂ ਦੀ ਨੇ। ਬੇਬੇ ਨੂੰ ਘੱਟ ਸੁਣਦਾ ਸੀ, ਘੱਟ ਦਿਸਦਾ ਸੀ। ਸਾਨੂੰ ਦੇਖ ਕੇ ਕਦੇ ਖੁਸ਼ ਹੋ ਜਾਂਦੀ, ਕਦੇ ਉਦਾਸ, ਕਿਉਂਕਿ ਉਹ ਜੋ ਜਵਾਨੀ ਵੇਲੇ ਦਾ ਉਹ ਜੋ ਰੌਣਕ ਸੀ ਵਿਹੜੇ ਦੀ, ਉਹ ਜੋ ਬਹੁਤ ਖੁਸ਼ੀਆਂ ਸੀ ਵਿਹੜੇ ਵਿੱਚ, ਉਹ ਹੁਣ ਥੋੜ੍ਹੀਆਂ ਥੋੜ੍ਹੀਆਂ ਘਟਦੀਆਂ ਜਾਂਦੀਆਂ ਸੀ। ਕਿਉਂਕਿ ਬੇਬੇ ਦੀ ਉਮਰ ਵੱਧਦੀ ਜਾਂਦੀ ਸੀ, ਘੱਟ ਸੁਣਦਾ ਸੀ, ਘੱਟ ਦੇਖਦਾ ਸੀ। ਮੈਂ ਕਿਹਾ ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰੀ ਉਦਾਸੀ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੂੰ ਕਿਹਾ ਵੀ ਆਪਣੇ ਵੱਲੋਂ ਸਿਆਣਪ ਦੱਸੀ ਲੇਖਕ ਨੇ, ਹਰਪਾਲ ਸਿੰਘ ਪੁੰਨੂ ਨੇ, ਮੈਂ ਪਾਤਰ ਨੇ, ਨਰੇਟਰ ਨੇ, ਵੀ ਅਸੀਂ ਤੈਨੂੰ ਉਦਾਸੀ ਦੀ ਗੱਲ ਨਹੀਂ ਦੱਸਦੇ। ਬੇਬੇ ਤੇ ਸਿਆਣੀ ਸੀ। ਹੁਣ ਬੇਬੇ ਨੇ ਕਿਹਾ ਮੈਨੂੰ ਪਤਾ ਲੱਗ ਜਾਂਦਾ ਤੁਹਾਡੀ ਤੋਰ ਤੋਂ, ਯਾਨੀ ਬੱਚੇ ਦੀ ਮਾਂ ਨੂੰ ਬੱਚੇ ਦੀ ਚਾਲ ਤੋਂ ਪਤਾ ਲੱਗਦਾ ਹੈ ਵੀ ਬੱਚਾ ਖੁਸ਼ ਹੈ ਕਿ ਉਦਾਸ ਹੈ, ਉਹ ਕੁਝ ਗਵਾ ਕੇ ਆਇਆ ਕਿ ਕੁਝ ਖੱਟ ਕੇ ਆਇਆ। ਗੱਲਾਂ ਕਰਦਿਆਂ ਦੇ ਤੁਹਾਡੇ ਚਿਹਰੇ ਦੇਖਦੀਆਂ, ਗੱਲ ਨਹੀਂ ਸੁਣਦੀ, ਪਰ ਪਤਾ ਲੱਗ ਜਾਂਦਾ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ। ਇਸ ਤਰ੍ਹਾਂ ਜੋ ਬੇਬੇ ਹੈ ਉਸ ਨੂੰ ਆਪਣੇ ਬੱਚਿਆਂ ਦੇ ਅੰਦਰਲੀ ਗੱਲ ਮਹਿਸੂਸ ਹੋ ਜਾਂਦੀ ਹੈ। ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਹੈ, 90 ਇਅਰਸ ਤੋਂ ਉੱਤੇ ਹੋ ਗਈ ਹੈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ ਸੀ। ਇੱਥੇ ਲੇਖਕ ਮੇਰੇ ਪਿੰਡ ਕਹਿੰਦਾ। ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਸੀ ਬਣਿਆ। ਉਸ ਦਾ ਪਿੰਡ ਉਹੀ ਹੈ ਜਿੱਥੋਂ ਉਹ ਵਿਆਹ ਕੇ ਆਈ ਸੀ, ਆਪਣੇ ਪੇਕੇ ਘਰਾਂ ਤੋਂ, ਜਿੱਥੇ ਉਸ ਦਾ ਜਨਮ ਹੋਇਆ ਸੀ। ਗੱਲਾਂ ਕਰਦੇ ਹਮੇਸ਼ਾ ਇਹੀ ਆਖਦੀ, ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਅਤੇ ਆਪਸ ਵਿੱਚ ਮਿਲ ਲੈਂਦੇ ਹੋ, ਯਾਨੀ ਮੈਨੂੰ ਵੀ ਮਿਲ ਲੈਂਦੇ ਹੋ ਅਤੇ ਮੇਰੇ ਬਹਾਨੇ ਆਪਸ ਵਿੱਚ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇਹ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਨਿਕਲਣਗੇ, ਖੁਸ਼ਹਾਲ ਹੋਵੋਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਆ ਕਰੋਗੇ। ਇੱਥੇ ਸਾਡੀ ਮਾਂ ਰਿਹਾ ਕਰਦੀ ਸੀ, ਹੈਗੀ ਤਾਂ ਬੋਲੀ ਜਿਹੀ ਸੀ ਪਰ ਸੀ ਚੰਗੀ। ਬੋਲੀ ਯਾਨੀ ਜਿਸ ਨੂੰ ਘੱਟ ਸੁਣਦਾ, ਹੈਗੀ ਤਾਂ ਬੋਲੀ ਜਿਹੀ ਸੀ ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਇਸ ਤਰ੍ਹਾਂ ਮਾਂ ਬੜੀ ਮਾਰਮਿਕ ਜਿਹੀ ਗੱਲ ਕਰਦੀ ਹੈ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਤਾ ਪਿਤਾ ਦੀ ਯਾਨੀ ਮਾਪਿਆਂ ਦੀ ਸੇਵਾ ਕਰਦਾ ਸੀ। ਇਹਦਾ ਮਤਲਬ ਉਹ ਮਾਪਿਆਂ ਦੀ ਬੜੀ ਕਦਰ ਕਰਦਾ ਸੀ, ਬੜੀ ਸੇਵਾ ਕਰਦਾ ਸੀ, ਬੜੀ ਭਗਤੀ ਭਾਵ ਨਾਲ ਸੇਵਾ ਕਰਦਾ ਸੀ ਬੁੱਢੇ ਮਾਪਿਆਂ ਦੀ। ਹਰ ਖੁਸ਼ੀ ਗਮੇ ਤੇ ਥਿੱਤ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ, ਖੁਸ਼ੀਆਂ ਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਯਾਨੀ ਉਹ ਇੱਕ ਕੋਠੀ ਪਾ ਕੇ ਹੁਣ ਪਿੰਡ ਵਿੱਚ ਰਹਿੰਦਾ ਹੈ। ਸਾਰੇ ਜਣੇ ਜਦੋਂ ਇਕੱਠੇ ਹੁੰਦੇ ਕਿਸੇ ਖੁਸ਼ੀ ਗਮੀ ਵੇਲੇ ਤਾਂ ਮੇਲਾ ਲੱਗ ਜਾਂਦਾ ਹੈ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੋ ਕੇ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਤੁਸੀਂ ਆਇਆ ਕਰੋਗੇ ਹੁਣ ਵਾਂਗ? ਮੇਰੇ ਸੁਪਨਿਆਂ 'ਚ ਬੇਬੇ ਕਦੇ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੇ ਕਪਾਹ ਚੁਗਦੀ, ਕਦੇ ਵੱਛਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਕਦੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ, ਮਿੱਟੀ ਘੱਟੇ ਨਾਲ ਲੱਥਪੱਥ ਉਹ ਕਦੇ ਝਾੜੂ ਦਿੰਦੀ ਦਿਸਦੀ, ਕਦੇ ਪਾਥੀਆਂ ਪੱਥਦੀ। ਯਾਨੀ ਲੇਖਕ ਨੂੰ ਉਸੇ ਜਵਾਨੀ ਵਾਲੇ ਦਿਨ ਯਾਦ ਆਉਂਦੇ ਜਦੋਂ ਉਹ ਸਾਰਾ ਦਿਨ ਆਪਣੇ ਕੰਮੀ ਰੁੱਝੀ ਰਹਿੰਦੀ ਔਰ ਖੁਸ਼ ਰਹਿੰਦੀ ਸੀ। ਇਸ ਤਰ੍ਹਾਂ ਕਹਾਣੀ ਦਾ ਅੰਤ ਹੁੰਦਾ। ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਜਦੋਂ ਅਸੀਂ ਦਾ ਪਹਿਲਾ ਪ੍ਰਸ਼ਨ ਦੇਖਦੇ ਹਾਂ ਤਾਂ ਪਹਿਲਾ ਪ੍ਰਸ਼ਨ ਹੈ, ਲੇਖਕ ਦੇ ਬਚਪਨ ਦਾ ਜੀਵਨ ਕਿਹੋ ਜਿਹਾ ਸੀ? ਫਿਰ ਅਸੀਂ ਆਉਂਦੇ ਹਾਂ ਪੇਜ ਨੰਬਰ 112 ਤੇ। ਅਸੀਂ ਲਿਖਾਂਗੇ ਲੇਖਕ ਦਾ ਬਚਪਨ ਆਪਣੀ ਮਾਂ ਕਰਕੇ, ਆਪਣੀ ਬੇਬੇ ਕਰਕੇ ਬੜਾ ਖੁਸ਼ਹਾਲ ਸੀ। ਬਚਪਨ ਵਿੱਚ ਉਹ ਹਮੇਸ਼ਾ ਆਪਣੀ ਮਾਂ ਦੇ ਨਾਲ ਰਹਿੰਦੇ, ਇਹ ਕਹਿ ਲਓ ਵੀ ਅੰਗ ਸੰਗ ਰਹਿੰਦਾ ਸੀ। ਫਿਰ ਲਿਖਾਂਗੇ ਕਿ ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਬੱਚਿਆਂ ਲਈ
दिन रात त्योहारां वर्गे हुंदे, बच्चे खेडदे पढ़दे डंगर चारदे खेती विच हत्थ वटाउंदे दरख्तां ते चढ़दे उतरदे छालां मारदे नहर ते खेडदे जाके उन्हां दे नेड़े तेड़े भी सੱਟ ਫੇਟ ਜਾਂ बीमारी नहीं आउंदी सी। इस करके लेखक नूं इह लगदा है कि उसदी मां करके उसने अपने बचपन दा आनंद माणिया है। अगला प्रश्न है पुੱਤਰ ਦੇ ਘਰੋਂ ਤੁਰਨ ਸਮੇਂ मां पुੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ। ਇੱਥੇ ਅਸੀਂ ਦੋ ਐਸਪੈਕਟ ਨਾਲ ਇਸ ਨੂੰ ਲੈ ਸਕਦੇ ਹਾਂ। ਇੱਕ ਤੇ ਉਹ ਸਮਾਂ ਜਦੋਂ ਕਿ ਮਾਂ ਗਰੀਬੀ ਕਰਕੇ ਆਪਣੇ ਪੁੱਤਰ ਨੂੰ ਆਪਣੇ ਨਾਨਕਿਆਂ ਦੇ ਘਰ ਭੇਜਦੀ ਹੈ, ਇੱਕ ਤੇ ਉਹ ਵਾਰਤਾਲਾਪ ਹੈ। ਦੂਸਰਾ ਜਦੋਂ ਉਹ ਪਟਿਆਲੇ ਪੜ੍ਹਨ ਲਈ ਪਟਿਆਲੇ ਦੀ ਬੱਸ ਫੜਨ ਨਿਕਲਦਾ ਘਰੋਂ ਤੇ ਉਸ ਦੀ ਮਾਂ ਕਿਸ ਤਰ੍ਹਾਂ ਜਿਹੜਾ ਉਸ ਦੇ ਨਿਹੋਰਾ ਕਰਕੇ ਉਸ ਦੀ ਉਦਾਸੀ ਆਪਣੀ ਮਨ ਦੀ ਉਦਾਸੀ ਨੂੰ ਉੱਤੇ ਪ੍ਰਗਟ ਕਰਦੀ ਹੈ। ਜੇ ਅਸੀਂ ਪਹਿਲੇ ਸੰਦਰਭ 'ਚ ਲਿਖਾਂਗੇ ਤਾਂ ਸਾਨੂੰ ਇਹ ਲਿਖਣਾ ਪਏਗਾ ਕਿ ਇਸ ਲੇਖ ਵਿੱਚ ਜਦੋਂ ਲੇਖਕ ਨੂੰ ਗਰੀਬੀ ਕਰਕੇ ਉਸ ਦੀ ਮਾਂ ਜਾਂ ਬੇਬੇ ਘਰੋਂ ਤੋਰਦੀ ਹੈ ਆਪਣੇ ਨਾਨਕਿਆਂ ਵੱਲ ਤੇ ਉਸ ਨੂੰ ਨਸੀਹਤਾਂ ਦਿੰਦੀ ਹੈ ਕਿ ਆਪਣੀ ਮਾਮੀ ਅਤੇ ਮਾਮੇ ਨਾਲ ਢੰਗ ਨਾਲ ਗੱਲ ਕਰੀ ਤੇ ਉਹਨਾਂ ਨਾਲ ਵੱਖਰੋ ਵੱਖਰੀ ਗੱਲ ਕਰੀ, ਕਿਉਂਕਿ ਮਾਮਿਆਂ ਦਾ ਸੁਭਾਅ ਔਰ ਜੋ ਚੰਗੀ ਮਾਮੀ ਉਸ ਦਾ ਸੁਭਾਅ ਦੋਨਾਂ 'ਚ ਜਿਹੜਾ ਬਹੁਤ ਫਰਕ ਹੈ। ਇਸ ਕਰਕੇ ਆਪਣੀਆਂ ਜ਼ਰੂਰਤਾਂ ਨੂੰ ਸਹੇਜ ਕੇ ਉਹਨਾਂ ਅੱਗੇ ਦੱਸਣਾ ਹੈ। ਇਸ ਕਰਕੇ ਬੜੀ ਸਮਝਦਾਰੀ ਨਾਲ ਕੰਮ ਲੈਣਾ ਹੈ। ਇਹ ਹੋ ਗਿਆ ਪਹਿਲਾ ਐਸਪੈਕਟ। ਜੋ ਦੂਜਾ ਸੰਦਰਭ ਹੈ, ਦੂਜਾ ਐਸਪੈਕਟ ਉਸ ਵਿੱਚ ਹੈ ਜਦੋਂ ਲੇਖਕ ਆਪਣੇ ਪੜ੍ਹਾਈ ਲਿਖਾਈ ਕਾਲਜ ਦੇ ਸਮੇਂ ਆਪਣੇ ਪਿੰਡੋਂ ਬੱਸ ਫੜ ਕੇ ਪਟਿਆਲੇ ਜਾਣਾ ਹੁੰਦਾ ਸੀ ਤਾਂ ਹਰ ਵਾਰ ਮਾਂ ਉਸ ਨੂੰ ਵਿਦਾ ਕਰਦਿਆਂ ਅੱਖਾਂ 'ਚ ਹੰਝੂ ਭਰ ਲੈਂਦੇ ਸੀ ਤੇ ਉਹ ਕਹਿੰਦੇ ਸੀ ਕਿ ਮੈਂ ਕੋਈ ਜੰਗ ਤੇ ਥੋੜ੍ਹਾ ਜਾ ਰਿਹਾ। ਫਿਰ ਉਹ ਦੱਸਦੀ ਸੀ ਕਿ ਜਿਹੜੇ ਕੱਟੜੂ ਵਛੜੂ ਨੇ ਉਹ ਕਦੇ ਜੰਗਾਂ 'ਤੇ ਥੋੜ੍ਹਾ ਜਾਂਦੇ, ਯਾਨੀ ਮਾਂ ਲਈ ਜਿਹੜਾ ਉਸਦਾ ਬੱਚਾ ਯਾਨੀ ਲੇਖਕ ਹੈ ਉਹ ਕੋਈ ਬਹੁਤ ਵੱਡਾ ਸਿਪਾਹੀ ਨਹੀਂ ਸੀ, ਸਗੋਂ ਉਹਦੇ ਲਈ ਕੱਟੜੂ ਵਛੜੂ ਵਰਗਾ ਸੀ, ਬਹੁਤ ਜਿਹੜਾ ਭੋਲਾ ਭਾਲਾ ਬੜਾ ਨਾਦਾਨ ਸੀ। ਤੇ ਉਹ ਇਸ ਗੱਲ ਦਾ ਵੀ ਉਦਾਹਰਨ ਦਿੰਦੀ ਹੈ ਕਿ ਜਦੋਂ ਜਿਹੜੀਆਂ ਮੱਝਾਂ ਗਾਵਾਂ ਜਾਂ ਹੋਰ ਜਾਨਵਰ ਨੇ ਆਪਣੇ ਬੱਚਿਆਂ ਦੇ ਵਿਛੜਨ ਲੱਗੇ ਜਾਣ ਲੱਗਿਆਂ ਰੋਣ ਲੱਗ ਪੈਂਦੇ ਨੇ ਔਰ ਮੈਂ ਤਾਂ ਇੱਕ ਮਾਂ ਹਾਂ, ਇਸ ਕਰਕੇ ਤੇਰੇ ਪਟਿਆਲੇ ਜਾਣ 'ਤੇ ਮੈਨੂੰ ਇਹ ਲੱਗਦਾ ਵੀ ਤੇਰੀ ਦੇਖਭਾਲ ਕਿਵੇਂ ਹੋਏਗੀ। ਇਹ ਕਹਿੰਦੀ ਨਹੀਂ ਹੈ ਪਰ ਇਨਡਾਇਰੈਕਟ ਤੌਰ 'ਤੇ ਅਸੀਂ ਲਿਖ ਸਕਦੇ ਹਾਂ ਕਿ ਬੇਬੇ ਦੇ ਮਨ ਵਿੱਚ ਤੌਖਲਾ ਹੈ ਕਿ ਉਸ ਪ੍ਰਦੇਸ਼ ਵਰਗੇ ਪਟਿਆਲੇ ਜਾ ਕੇ ਮਾਂ ਤੋਂ ਬਿਨਾਂ ਲੇਖਕ ਦਾ ਗੁਜ਼ਾਰਾ ਕਿਵੇਂ ਹੋਏਗਾ। ਅਗਲਾ ਪ੍ਰਸ਼ਨ, ਲੇਖਕ ਦੇ ਪਰਿਵਾਰ ਦੀ ਉਸਦੇ ਨਾਨਕੇ ਔਕੜ ਸਮੇਂ ਕਿਵੇਂ ਮਦਦ ਕਰਦੇ ਸੀ। ਲੇਖਕ ਦੇ ਪਰਿਵਾਰ ਦੀ ਜਿਹੜੇ ਉਸਦੇ ਨਾਨਕੇ ਨਹੀਂ ਮਾਮੇ ਸੀ ਇਸ ਤਰ੍ਹਾਂ ਮਦਦ ਕਰਦੇ। ਅਸੀਂ ਲਿਖਾਂਗੇ ਵੀ ਲੇਖਕ ਦੇ ਨਾਨਕੇ ਜਾਂ ਮਾਮੇ ਬਹੁਤ ਸਰਦੇ ਪੁੱਜਦੇ ਜ਼ਿਮੀਂਦਾਰ ਸੀ, ਉਹਨਾਂ ਕੋਲ ਚੌਖੀ ਜ਼ਮੀਨ ਸੀ। ਜਦੋਂ ਘਰ ਵਿੱਚ ਕਿਤਾਬਾਂ ਜਾਂ ਹੋਰ ਗੁਜ਼ਾਰੇ ਜੋਗੇ ਪੈਸੇ ਨਾ ਹੁੰਦੇ, ਪੜ੍ਹਾਈ ਜੋਗੇ ਗੁਜ਼ਾਰੇ ਨਾ ਹੁੰਦੇ ਤੇ ਉਸ ਦੀ ਮਾਂ ਬੱਚਿਆਂ ਨੂੰ ਆਪਣੇ ਪੇਕੇ ਯਾਨੀ ਉਹਨਾਂ ਦੇ ਮਾਮਿਆਂ ਕੋਲ ਭੇਜਦੀ ਔਰ ਮਾਮੇ ਹਰ ਸੰਭਵ ਸਹਾਇਤਾ ਕਰਦੇ। ਉਹ ਮਾਂ ਨੂੰ ਜਾਂ ਲੇਖਕ ਨੂੰ ਕਦੇ ਖਾਲੀ ਹੱਥ ਨਹੀਂ ਮੁੜਨ ਦਿੰਦੇ ਸੀ। ਤੁਰਨ ਲੱਗਿਆਂ ਉਹ ਮਾਂ ਜਾਂ ਲੇਖਕ ਨੂੰ ਘਿਓ ਦਿੰਦੇ, ਖੋਆ ਦਿੰਦੇ। ਇਸ ਤੋਂ ਇਲਾਵਾ ਲੇਖਕ ਦੇ ਘਰ ਜਿਹੜੀ ਦੁੱਧ ਤੋਂ ਰਹਿ ਜਾਂਦੀ ਸੀ ਗਊ ਮੱਝ, ਉਸ ਨੂੰ ਵਾਪਸ ਲੈ ਜਾਂਦੇ ਸੀ ਔਰ ਤਾਜ਼ੀ ਸੂਈ ਗਾਂ ਜਾਂ ਮੱਝ ਉਹਨਾਂ ਦੇ ਘਰ ਛੱਡ ਦਿੰਦੇ ਸੀ। ਇਸ ਤਰ੍ਹਾਂ ਉਹਦੇ ਨਾਨਕੇ ਜਾਂ ਮਾਮੇ ਉਸ ਲੇਖਕ ਜਾਂ ਉਸਦੇ ਪਰਿਵਾਰ ਦੀ ਬਹੁਤ ਜ਼ਿਆਦਾ ਮਦਦ ਕਰਦੇ ਸੀ ਤੇ ਔਕੜ ਵੇਲੇ ਸਾਥ ਨਿਭਾਉਂਦੇ ਸਨ। ਪ੍ਰਸ਼ਨ ਹੈ ਲੇਖਕ ਦੇ ਘਰ ਲਿਪਾ ਪੋਚੀ ਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ। ਦੁਸ਼ਹਿਰੇ ਤੋਂ ਪਹਿਲਾਂ ਉਸ ਸਾਰੇ ਘਰ ਵਿੱਚ ਸਜਾਵਟ ਦਾ ਲਿਪਾ ਪੋਚੀ ਯਾਨੀ ਸਫਾਈ ਦਾ ਕੰਮ ਕੀਤਾ ਜਾਂਦਾ ਸੀ। ਘਰ ਦੇ ਸਾਰੇ ਜੀ ਰਲ ਮਿਲ ਕੇ ਕੰਮ ਕਰਦੇ। ਕੰਧਾਂ ਉੱਤੇ ਪਾਂਡੂ ਦਾ ਪਰੋਲਾ, ਪਾਂਡੂ ਮੈਂ ਦੱਸਿਆ ਸੀ ਪਾਂਡੂ ਚਿੱਟੇ ਰੰਗ ਦੀ ਮਿੱਟੀ ਹੁੰਦੀ ਹੈ, ਬਹੁਤ ਸੌਫਟ ਹੁੰਦੀ ਹੈ, ਉਹ 'ਚ ਕੱਪੜਾ ਯਾਨੀ ਪਰੋਲਾ ਭੋ ਕੇ ਤੇ ਉਸ ਨੂੰ ਪੂਰੀਆਂ ਕੰਧਾਂ 'ਤੇ ਮਾਰ ਕੇ ਵਾਈਟ ਯਾਨੀ ਸਫੇਦ ਕੀਤਾ ਜਾਂਦਾ ਤੇ ਕੰਧਾਂ ਉੱਤੇ ਪਾਂਡੂ ਦਾ ਪਰੋਲਾ ਫਿਰਦਾ। ਫਰਸ਼ ਗਾਰੇ ਨਾਲ ਲਿਪਿਆ ਜਾਂਦਾ ਤੇ ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਕੋਈ ਕਹੀ ਨਾਲ ਗੋਹਾ ਤੇ ਤੂੜੀ ਰਲਾ ਰਿਹਾ ਹੁੰਦਾ, ਕੋਈ ਵਸਤੂਆਂ ਪਰੇ ਕਰ ਰਿਹਾ ਹੁੰਦਾ, ਕੋਈ ਲਿਪਣ ਵਿੱਚ ਮਦਦ ਕਰਦਾ ਤੇ ਇਸ ਤਰ੍ਹਾਂ ਖੁਰਲੀਆਂ ਇੱਥੇ ਤੱਕ ਕਿ ਪਸ਼ੂਆਂ ਦੇ ਸਿੰਘ ਵੀ ਜਿਹੜੇ ਸੀ ਉਹ ਸ਼ਿੰਗਾਰੇ ਜਾਂਦੇ ਸੀ, ਖੁਰਲੀਆਂ ਵੀ ਲਿਪੀਆਂ ਜਾਂਦੇ ਸੀ, ਛੱਤਾਂ ਵੀ ਲਿਪੀਆਂ ਜਾਂਦੇ ਸੀ, ਪਸ਼ੂਆਂ ਦੇ ਸਿੰਘਾਂ ਨੂੰ ਤੇਲ ਲਾਉਂਦੇ ਸੀ। ਹਰ ਪਾਸੇ ਇੱਕ ਚਹਿਲ ਪਹਿਲ ਵਰਗੀ ਯਾਨੀ ਇੱਕ ਤਿਉਹਾਰ ਵਰਗੀ ਰੌਣਕ ਹੁੰਦੀ ਸੀ ਔਰ ਕੰਧਾਂ ਉੱਤੇ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆ ਕੇ ਆਪਣੇ ਘਰ ਨੂੰ ਸ਼ਿੰਗਾਰਦੇ ਸਨ, ਯਾਨੀ ਸਾਰੇ ਰਲ ਮਿਲ ਕੇ ਕੰਮ ਕਰਦੇ ਸੀ। ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਲੈ ਕੇ ਉਸ ਦਾ ਉੱਤਰ ਤਿਆਰ ਕਰ ਸਕਦੇ ਹੋ। ਪ੍ਰਸ਼ਨ ਹੈ ਪੰਜਵਾਂ, ਔਖਾ ਕੰਮ ਨੇਪਰੇ ਚਾੜਨ ਲਈ, ਨੇਪਰੇ ਨਹੀਂ ਪੂਰਾ ਕੰਪਲੀਟ ਕਰਨ ਲਈ, ਸਕਸੈਸ ਕਰਨ ਲਈ, ਔਖਾ ਕੰਮ ਨੇਪਰੇ ਚਾੜਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੇ ਸੀ। ਵੀ ਜਦੋਂ ਕਿਸੇ ਔਖੇ ਕੰਮ ਵੇਲੇ ਉਸ ਦੇ ਪੁੱਤਰ ਹਿੰਮਤ ਛੱਡ ਜਾਂਦੇ ਸੀ, ਹੌਸਲਾ ਹਾਰ ਬੈਠਦੇ ਸੀ ਤਾਂ ਉਹ ਆਪਣੇ ਸਿਆਣਪ ਭਰੇ ਸ਼ਬਦਾਂ ਵਿੱਚ ਆਖਦੇ ਸੀ ਕਿ ਮਨੁੱਖ ਨੇ ਸ਼ਹਿਦ ਦੀਆਂ ਮੱਖੀਆਂ ਦੇ ਡੰਗ ਤੋਂ ਡਰਦਿਆਂ ਕਦੀ ਸ਼ਹਿਦ ਖਾਣਾ ਨਹੀਂ ਛੱਡਿਆ, ਨਾ ਹੀ ਦੁਲੱਤੇ ਮਾਰਦੀਆਂ ਗਾਵਾਂ ਮੱਝਾਂ ਦਾ ਦੁੱਧ ਪੀਣਾ ਕਦੇ ਛੱਡਿਆ ਹੈ, ਨਾ ਹੀ ਤੂੜੀ ਵਿੱਚੋਂ ਦਾਣੇ ਕੌਣ ਕੱਢੇ ਗਏ ਜਾਂ ਕਿੱਦਾਂ ਨਿਕਲਣਗੇ ਇਸ ਡਰੋਂ ਕਿਸ ਨੇ ਖੇਤੀ ਛੱਡੀ ਹੈ। ਬੇਬੇ
ਆਪਣੀ ਜਵਾਨੀ ਦੇ ਦਿਨਾਂ ਬਾਰੇ ਦੱਸਦੀ ਹੈ ਕਿ ਇਹ ਜੋ ਸਾਡਾ ਖੇਤ ਨੇ ਇਹ ਬੜੇ ਪੱਕੀ ਮਿੱਟੀ ਦੇ ਜਿਹੜੇ ਸੀ, ਬੰਜਰ ਜ਼ਮੀਨ ਸੀ। ਅਸੀਂ ਆਪਣੇ ਹੱਥ ਨਾਲ ਇਹ ਢੇਲੇ ਤੋੜ ਕੇ ਇਤਨੀ ਸੁੰਦਰ ਜ਼ਮੀਨ ਤਿਆਰ ਕੀਤੀ ਹੈ। ਸਾਡੇ ਵਿੱਚ ਤਾਂ ਇਤਨਾ ਹੌਸਲਾ ਸੀ ਵੀ ਜਦੋਂ ਪਿਆਸ ਲੱਗਦੀ ਸੀ, ਪਾਣੀ ਨਹੀਂ ਮਿਲਦਾ ਸੀ ਤਾਂ ਆਪ ਖੁਦ ਉਸੇ ਸਮੇਂ ਖੂਹ ਪੁੱਟ ਕੇ ਪਾਣੀ ਭਰ ਕੇ ਪੀਂਦੇ ਸੀ। ਤੇ ਰੱਬ ਤੁਹਾਡੇ ਅੰਗ ਸੰਗ ਹੈ, ਤੁਸੀਂ ਰੱਬ ਤੇ ਭਰੋਸਾ ਰੱਖੋ, ਉਹ ਗੁਰੂ ਤੁਹਾਡਾ ਸਾਥ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਆਪਣੇ ਢਹਿੰਦੀ ਕਲਾ ਵਾਲੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਪਹੁੰਚਾ ਦਿੰਦੀ ਸੀ। 6ਵਾਂ ਪ੍ਰਸ਼ਨ ਹੈ, इस पाठ विच बेबे जिंदरा और कुंजियां यानी चाबियां और ताला शब्द किन्हां लई वरतदी है और क्यों वरतदी है। बेबे जी कहानी विच जिंदरा बेबे अपने आप नूं कहंदी है और उस जिंदरे दीयां जो कुंजियां ने, जो चाबियां ने, अपने बच्चे नूं आखदी है, क्योंकि उस बेबे दियां सारियां खुशियां उसदे बच्चों विच ने। जो बच्चे आते हैं तो वह अंदरों खिड़ जाती है, जो उसके धीआं पुत नहीं आते तो वह घर में रौनक होने के बावजूद उदासी रही है। इस तरह वो अपने आप को जिंदरा कहती है। उस जिंदरे दी जो खुशियां ने उसनों खोलना उसके बच्चों के हथ वस है। प्रश्न करते हैं 7वां, बेबे अपने पुत्रां ते रिश्तेदारां विचकार एक कड़ी, एक जोड़न का काम किवें करदी है। असीं कहांगे जदों बेबे अपने छोटे पुत्र कोल उसकी कोठी विच रहिंदी है तां उसनूं मिलण दे बहाने सारे भैण भरा आपस विच उस घर विच इकट्ठे हुंदे है। बेबे नूं मिल के सारे रौनकां करदे ने, वो सारा जिहड़ा घर है खुशियां नाल भर जांदा है। बेबे क्योंकि इस घर का एक बजुर्ग है जिहड़ा कि इस घर का मुख अंग है, उसनूं मिलण खातर, उसके प्रेम की खातर, उसके वो लड़ाए हुए प्रेम की खातर सारे बच्चे रल के खास समय, रिश्तेदार खास समय उस घर में आके जुड़ते हैं। इस तरह रौनकां और मेले वर्गा, त्यौहार वर्गा जो माहौल हो जाता है। इस तरह जो बेबे है वो घर में सारिਆਂ ਨੂੰ जोड़न की कड़ी का लिंक का काम करती है। अगला प्रश्न है 8वां, जदों बेबे बापू ना रहे उदों भी आया करोगे इस हुण वांग। यह शब्द किसने और किसनों और क्यों कहे। यह शब्द लेखक दे पिंड विच रहिंदे छोटे भरा ने लेखक नूं कहे, उदों कहे जदों वो एक समय आके माँ नूं मिलण दे बहाने घर विच रौनकां लांदे ने। हुण उस छोटे भरा नूं तौखला है, शक है कि बेबे करके ए सारे लोग आपस विच मिलदे ने, घर च रौनकां लगदियां ने। जे बेबे ना रही तां इन्हां दा मेरे नाल आउणा जाना रुक जाएगा जां यह जो संबंध है टुट जाएगा। इस करके लेखक दा छोटा भरा लेखक नूं पुछदा है तां जो बेबे दे जाण तो बाद भी इस घर दीयां रौनकां वधांदे रहण। बड़ा ईजी क्वेश्चन है 9वां, लेखक नूं सुपने विच बेबे की काम करदी नज़र आती। अपने शब्दां च लिखो। लास्ट वाला पैरा है भी लेखक नूं अपने सुपनिਆਂ विच अपनी बेबे कदे मिर्चां तोड़दी फिरदी, कदे कपाह चुगदी फिरदी, कदे वछरूआं दीयां बूथियां पलोसदी नज़र आती, कदे मੱਝਾਂ नूं थापी दे रही नज़र आती, फटे पुराने टाकियां वाले खद्दर दे कपड़े पाई मिट्टी घट्टे विच लथपथ वो झाड़ू दिंदी जां पाथियां पथदी सुपने विच नज़र आउंदी। हुण कुछ छोटे प्रश्न है भी बेबे जी जो लेख है किस दा, यह जो जीवनी है या शब्द चित्र है या रेखा चित्र है किस दा लिखा। असीं लिखांगे सरदार डॉक्टर हरपाल सिंह पुन्नू दा। इस तरह भी हो सकता है डॉक्टर हरपाल सिंह पुन्नू दा लिखा किहड़ा लेख तुहाडी पुस्तक ਸਾਹਿਤਮਾਲਾ भाग 9 विच है। असीं लिखांगे बेबे जी। बेबे किन्ने साल की उम्र विआह के इस पिंड विच आई सी। लिखांगे 16 साल की। हुण किन्नी है? हुण 90 साल तो उपर है। अपने बचपन की जो पहली याद करता है भी अपनी माँ दे नाल जदों वो उसकी कन्नी फड़ के ते खूह ते पानी भरन अपनी माँ दे नाल जांदा हुंदा सी, उस समय किन्नी कुछ उम्र है? इत्थे लिखे 4 ਜਾਂ 5 साल की। जदों बेबे घर हुंदी तां बच्चों नूं वो दिन किदां दे लगदे? त्यौहार वर्गे। लेखक दे बापू दा सुभाਅ किहो जिहा सी? सखत सुभाਅ सी। लेखक दा बापू अपने बच्चे नूं झिड़कदा क्यों नहीं सी माँ दे जाण तो बाद? उसनूं लगदा सी कि बच्चे जे रोण लग पे फिर चुप नहीं करने जां चुप कराने औखे हो जाणगे। लेखक दे मामिਆਂ ਕੋਲ यानी ਨਾਨਕਿਆਂ ਵਿੱਚ किन्नी ਜ਼ਮੀਨ ਸੀ? 50 ਏਕੜ ਲਿਖਾਂਗੇ। ਹੁਣ ਸਾਲ 'ਚ ਇੱਕ ਵਾਰੀ ਉਹ ਨਾਨਕੇ ਜਾਂਦਾ ਸੀ, ਦੂਜੀ ਵਾਰੀ ਉਹ ਦਾਦਕੇ ਜਾਂਦਾ ਸੀ। ਲੇਖਕ ਪੜ੍ਹਨ ਕਿੱਥੇ ਜਾਂਦਾ ਸੀ? ਅਸੀਂ ਲਿਖਾਂਗੇ ਪਟਿਆਲੇ ਜਾਂਦਾ ਸੀ। घर की सजावट या लिपा पोची का काम कदों हुंदा सी? दुशहरे तो पहले। कौन करता सी? सारे घर दे मिल के करते सी। कंधां उत्ते किस चीज़ का परोला फिरदा सी? असीं लिखांगे पांडू का। पांडू यानी बरीक चीकनी मिट्टी वाइट रंग की, जिसका पिंडां विच जदों लिपदे हैं ना कंधां कोठे फर्श लिपदे तो उन्हां ते सजावट का काम वो वाइट कलर वर्गी मिट्टी नाल कीता जांदा है। लेखक की छोटी मामी का की नाम से? उहदा नाम सी गुरदयाल कौर। बहुत इंपोर्टेंट क्वेश्चन है। बेबे ने छोटी मामी की तुलना किहदे नाल कीती है? उहदी तुलना हीर दे नाल कीती। इतनी सोहणी सी, हीर नाल तुलना की उसकी। सीट ते बैठा भुजिया खांदे बंदे का मूँह बेबे नूं किदां लगदा है? कहंदा वो टैची केस वर्गा लगदा है।
ਉਹ ਜਦੋਂ ਖਾਂਦਾ ਤੇ ਉਹਦੇ ਮੂੰਹੋਂ ਨਾਲ ਗੱਲਾਂ ਕਰਦਾ ਨਾ ਹੱਸਦਾ, ਉਹਦੇ ਮੂੰਹ 'ਚੋਂ ਜੋ ਭੁਜੀਆ ਹੈ ਉਹ ਮੂੰਹ 'ਚੋਂ ਡਿੱਗਦਾ ਰਹਿੰਦਾ ਹੈ। ਜਦੋਂ ਬੇਬੇ ਕਿਸੇ ਦੇ ਘਰ ਗਈ ਤਾਂ ਉਸ ਤੇ ਦੇਖੇ ਬਹੁਤ ਸਾਰਾ ਆਟਾ ਗੁੰਨਿਆ। ਉਸ ਆਟੇ ਗੁੰਨੇ ਹੋਏ ਆਟੇ ਨੂੰ ਕਿਸੇ ਨਾਲ ਤੁਲਨਾ ਕਰਦੀ ਹੈ ਕਿ ਮਾਰ ਕੇ ਲਿਟਾਈ ਹੋਈ ਭੇਡ ਦੇ ਬਰਾਬਰ ਉਹਨੇ ਆਟਾ ਗੁੰਨਿਆ ਸੀ, ਤੇ ਇਹਦਾ ਮਤਲਬ ਉਹਦਾ ਪਰਿਵਾਰ ਬੜਾ ਵੱਡਾ ਸੀ। ਬੁਢਾਪੇ ਵਿੱਚ ਬੇਬੇ ਨੂੰ ਆਪਣਾ ਆਪ ਕਿੱਦਾਂ ਲੱਗਦਾ ਸੀ? ਇੱਕ ਬਹੁਤ ਵੱਡੇ ਕਿਲੇ ਨੂੰ ਲੱਗਾ ਬਹੁਤ ਵੱਡਾ ਜਿੰਦਰਾ, ਜਾਂ ਇੱਕ ਪੁਰਾਣਾ ਮਿੱਟੀ ਦਾ ਥੇ ਜਿਸ ਦੇ ਹੇਠਾਂ ਬਹੁਤ ਸਾਰੀਆਂ ਯਾਦਾਂ ਦਫਨ ਸਨ। ਲੇਖਕ ਨੂੰ ਆਪਣੀ ਬੇਬੇ ਕਿਹਦੀ ਟਕਸਾਲ ਲੱਗਦੀ ਸੀ? ਉਹਨੂੰ ਭਾਸ਼ਾ ਦੀ ਟਕਸਾਲ ਲੱਗਦੀ ਸੀ। ਬੇਬੇ ਆਪਣੀ ਛੋਟੀ ਭਰਜਾਈ ਨੂੰ ਕੀ ਸਮਝਦੀ ਸੀ? ਆਪਣੀ ਸਹੇਲੀ ਸਮਝਦੀ ਸੀ। ਇਸ ਤਰ੍ਹਾਂ ਬੜੇ ਸਾਰੇ ਪ੍ਰਸ਼ਨ ਜਿੱਦਾਂ ਤੁਸੀਂ ਪਾਠ ਪੜ੍ਹੀ ਜਾਓਗੇ, ਅੰਡਰਲਾਈਨ ਕਰੀ ਜਾਓ, ਬੜੇ ਸਾਰੇ ਪ੍ਰਸ਼ਨ ਤੁਹਾਡੇ ਸ਼ਾਰਟ ਵਾਲੇ ਔਰ MCQ ਯਾਨੀ ਬਹੁ ਵਿਕਲਪੀ ਪ੍ਰਸ਼ਨ ਬਣ ਜਾਣਗੇ। ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ? ਮੈਨੂੰ ਤਾਂ ਬਹੁਤ ਅੱਛੀ ਲੱਗੀ। ਇਸ ਬਾਰੇ ਤੁਹਾਡੇ ਜੇ ਆਪਣੇ ਵਿਚਾਰ ਹੋਣ ਤਾਂ ਜ਼ਰੂਰ ਮੇਰੇ ਨਾਲ ਸਾਂਝੇ ਕਰੋ। ਵੀਡੀਓ ਆਪ ਦੇਖੋ, ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਜਿਹੜੇ ਇਸ ਦੇ ਥੱਲੇ ਕਮੈਂਟ ਪਾ ਕੇ ਮੇਰਾ ਹੌਸਲਾ ਵਧਾਓ। ਹੁਣ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।